स्टार्ट करना। गुड मॉर्निंग हलचल टीवी देखण ते सुनने वाले ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਕੁੰਡਲੀ ਬਾਰਡਰ ਦੇ ਉੱਤੇ ਖੜੇ ਆ, ਹਾਈਵੇ ਦੇ ਉੱਤੇ, ਜਿੱਥੇ ਚੱਕਾ ਜਾਮ ਹੋ ਚੁੱਕਿਆ ਹੋਇਆ ਹੈ। ਪਹਿਲਾਂ ਤੋਂ ਕਾਫੀ ਦਿਨ ਤੋਂ ਵੀ ਚੱਕਾ ਜਾਮ ਸੀ ਇੱਥੇ, ਪਰ ਦੇਖਣ ਵਾਲੀ ਚੀਜ਼ ਇਹ ਹੈ ਇਸ ਅੰਦੋਲਨ ਦੇ ਵਿੱਚ ਕਿ ਜਿਵੇਂ ਇੱਥੇ ਹਰ ਇੱਕ ਚੀਜ਼ ਦਾ ਖਾਸ ਪ੍ਰਬੰਧ ਕੀਤਾ ਹੋਇਆ ਹੈ। ਜਿਵੇਂ ਜਿੰਨੇ ਵੀ ਕਿਸਾਨ ਮਜ਼ਦੂਰ ਇੱਥੇ ਆਏ ਨੇ ਧਰਨੇ ਦੇ ਉੱਤੇ, ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਫ੍ਰੀ ਦੇ ਵਿੱਚ ਕੋਲਗੇਟ, ਬ੍ਰਸ਼, ਪੇਸਟ, ਸੋਪ, ਹਰ ਇੱਕ ਚੀਜ਼ ਦਾ ਫ੍ਰੀ ਦੇ ਵਿੱਚ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਨਾ ਸਕੇ। ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਕਿਹਾ ਅਸੀਂ ਘੱਟ ਤੋਂ ਘੱਟ 6 ਮਹੀਨੇ ਦਾ ਰਾਸ਼ਨ ਲੈ ਕੇ ਇੱਥੇ ਪੁੱਜੇ ਹੋਏ ਆ। ਸਰਕਾਰ ਆਪਣਾ ਫੈਸਲਾ ਬਦਲੇ ਨਾ ਬਦਲੇ, ਪਰ ਇਹ ਧਰਨਾ ਐਵੇਂ ਹੀ ਜਾਰੀ ਰਹੇਗਾ। ਆਓ ਅਸੀਂ ਗੱਲਬਾਤ ਕਰਦੇ ਹਾਂ ਕੁਝ ਕਿਸਾਨ ਭਾਈਚਾਰੇ ਦੇ ਨਾਲ ਜਿਨ੍ਹਾਂ ਨੇ ਇੱਥੇ ਫ੍ਰੀ ਚ ਸੇਵਾ ਲਈ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਹੋਇਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਬਾਲੋਕੀ ਪਿੰਡ ਤੋਂ ਆਏ ਆ, ਨਕੋਦਰ ਤਹਿਸੀਲ ਤੋਂ ਆਏ ਆ ਜੀ। ਅਸੀਂ ਸੇਵਾ ਕਰ ਰਹੇ ਆ, ਕਿਸੇ ਚੀਜ਼ ਦੀ ਦਿੱਕਤ ਨਾ ਆਵੇ। ਮੋਦੀ ਸਾਹਿਬ ਸਾਨੂੰ ਪਰੇਸ਼ਾਨ ਕਰ ਰਹੇ ਆ, ਕੋਈ ਗੱਲ ਨਹੀਂ, ਗੁਰੂ ਮਹਾਰਾਜ ਦੇਖਦਾ ਹੈ ਉੱਪਰ। ਜੀ ਬਿਲਕੁਲ, ਜਿਵੇਂ ਇਹਨਾਂ ਨੇ ਦੱਸਿਆ ਕਿ ਗੁਰੂ ਮਹਾਰਾਜ ਉੱਪਰ ਦੇਖ ਰਹੇ ਨੇ। ਸੋ ਗੁਰੂ ਮਹਾਰਾਜ ਦੇ ਜਿਵੇਂ ਲੰਗਰ ਦੀ ਤਾਂ ਪਰੰਪਰਾ ਆਪਾਂ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ, ਪਰ ਇਸ ਅੰਦੋਲਨ ਦੇ ਵਿੱਚ ਇਹਨਾਂ ਨੇ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਹੋਇਆ ਹੈ। ਸਰ ਤੁਸੀਂ ਜਿਵੇਂ ਇਹ ਹਰ ਇੱਕ ਚੀਜ਼ ਲੈ ਕੇ ਆਏ ਹੋਏ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਨਹੀਂ ਦੇਵਾਂਗੇ ਜੀ, ਕੋਈ ਦਿੱਕਤ ਆਉਣ ਨਹੀਂ ਦੇਵਾਂਗੇ, ਨਾ ਪਰੇਸ਼ਾਨੀ ਆਉਣ ਦੇਵਾਂਗੇ ਜੀ। ਮੋਦੀ ਸਾਹਿਬ ਜਿੰਨੀ ਮਰਜ਼ੀ ਪਰੇਸ਼ਾਨੀ ਦੇਵਾਂਗੇ, ਬੋਲੇ ਸੋਨਹਾਲ ਦੇ ਜਗਾਰੇ ਲੱਗਣਗੇ ਜੀ। ਜੀ ਬਿਲਕੁਲ। ਜੇਕਰ ਵੈਸੇ ਤਾਂ ਸਾਨੂੰ ਪਤਾ ਲੱਗਿਆ ਕਿ ਕੱਲ ਦੀ ਤਰੀਕ ਦਾ ਡਿਸੀਜਨ ਦਿੱਤਾ ਹੋਇਆ ਹੈ ਕਿ 9 ਤਰੀਕ ਨੂੰ ਸ਼ਾਇਦ ਸਰਕਾਰ ਕੋਈ ਨਾ ਕੋਈ ਆਪਣਾ ਫੈਸਲਾ ਸੁਣਾਏਗੀ। ਅਗਰ ਇਹ ਫੈਸਲਾ ਲੇਟ ਹੋ ਗਿਆ, 6 ਮਹੀਨੇ ਲਗਾਤਾਰ ਚੱਲਦਾ ਰਿਹਾ, ਫਿਰ ਕੀ ਕਰੋਗੇ? ਮੈਂ ਕਹਾਂ ਜੀ ਭਾਵੇਂ 5 ਸਾਲ ਲੱਗਾ ਰਵੇ ਜੀ, ਇੱਥੇ ਜਗਾਰੇ ਲੱਗਦੇ ਰਹਿਣਗੇ। ਹਾਂਜੀ, ਮੋਦੀ ਸਾਹਿਬ ਨੂੰ ਇਹ ਭੁਲੇਖਾ ਦੂਰ ਕਰ ਲੈਣਾ। ਇਹ ਦੁਨੀਆ ਵੀ ਕੋਈ ਚੀਜ਼ ਹੈਗੀ ਆ। ਇੱਕ ਬੰਦਾ ਸਿਰਫ ਸਾਰੇ ਹਿੰਦੁਸਤਾਨ ਨੂੰ ਖਰਾਬ ਕਰ ਰਿਹਾ। ਇਹ ਪਬਲਿਕ ਕੀ ਕਹਿ ਰਹੀ ਆ, ਵੋਟਾਂ ਨਹੀਂ ਪਾਈਆਂ ਇਸਨੇ, ठीक है ना, उसको समझाना चाहिए, दिमाग को, बुद्धि को प्रेस्ट ना हो जाए। जी बिल्कुल, जिवें इत्थे असीं सानूं देखण नूं मिलिया कि एक पासे ठंड दा कहर है तो दूसरे पासे सरकार ने अजे तक कोई फैसला नहीं लिया, पर फिर भी किसानां दा उत्साह लगातार जारी है। ਤੁਸੀਂ देख सकते हो किवें इत्थे चक्का जाम होया पिया है। इन्नी ठंड, सवेरे भी इन्नी धुंध वरदी पई सी, हुण भी इन्नी ठंड है, पर फिर भी जिहड़े किसान है ਉਹ ਟਰੈਕਟਰਾਂ ਟਰਾਲੀਆਂ ਦੇ ਥੱਲੇ ਸੁੱਤੇ ਪਏ ਨੇ। ਉਹ ਟਰੈਕਟਰਾਂ ਟਰਾਲੀਆਂ ਦੇ ਥੱਲੇ ਸੋ ਕੇ ਵੀ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਉਹਨਾਂ ਨੇ। ਉਹਨਾਂ ਦੀ ਸਿਰਫ ਇੱਕੋ ਮੰਗ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਵੇ। ਅਸੀਂ ਨਾ ਸਾਰਿਆਂ ਵਾਸਤੇ ਪਬਲਿਕ ਲਾਇਆ ਹੋਵੇ, ਦਿੱਲੀ ਆਵੇ, ਪੰਜਾਬ ਆਵੇ, ਹਰਿਆਣਾ ਆਵੇ, ਸਾਰੇ ਸੂਬਿਆਂ ਵਾਸਤੇ ਫ੍ਰੀ ਚੱਲਦਾ ਜੀ। ਕਿਸਾਨਾਂ ਵਾਸਤੇ ਨਹੀਂ, ਕਿਸਾਨਾਂ ਵਾਸਤੇ ਖਾਂਦੇ ਦਾ ਭਾਈ ਕਿੰਨਾ ਟਾਈਮ ਲੰਘ ਜਾਂਦਾ। ਹਾਂਜੀ, ਇਹ ਤੇ ਪਬਲਿਕ ਆਸੇ ਪਾਸ ਜੋ ਵੀ ਰਹਿੰਦੇ ਆ ਸਭ ਰਾਤ ਨੂੰ ਇੱਥੇ ਪ੍ਰਸ਼ਾਦ ਛਕਦੇ। ਇੱਥੇ ਗੁਰੂ ਦਾ ਲੰਗਰ ਟੁੱਟ ਚੱਲ ਰਿਹਾ ਜੀ, ਚਾਹ ਦੇ ਲੰਗਰ ਟੁੱਟ ਚੱਲ ਰਹੇ ਆ ਜੀ। ਜੋ ਆ ਰਿਹਾ, ਕੋਈ ਜਾ ਰਿਹਾ, ਕੋਈ ਵੀ ਆ ਰਿਹਾ, ਕਿਸੇ ਨਾਲ ਕੋਈ ਨਹੀਂ, ਕੋਈ ਕਿਸਾਨ ਹੈ ਉਸ ਨੂੰ ਦੇਣਾ, ਕੋਈ ਲੈ ਸਕਦਾ ਜਾ ਕੇ ਰਹਿਣ ਵਾਸਤੇ। ਕੋਈ ਕੋਈ ਪਰੇਸ਼ਾਨੀ ਨਹੀਂ ਜੀ, ਜਿਹਦੇ ਘਰ ਬੈਠੇ ਆ, ਇੱਥੇ ਬੈਠੇ ਆ, ਕੋਈ ਪਤਾ ਨਹੀਂ ਲੱਗ ਰਿਹਾ ਸਾਨੂੰ। ਜੀ ਬਿਲकुल, ਜਿਵੇਂ ਸਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਧਰਨਾ ਹੈ ਤੇ ਹੋ ਸਕਦਾ ਇੱਥੋਂ ਦੇ ਜਿਹੜੇ ਕਾਰੋਬਾਰੀ ਲੋਕ ਹੈ ਉਹਨਾਂ ਦੇ ਕਾਰੋਬਾਰ ਦੇ ਉੱਤੇ ਜ਼ਰੂਰ ਬੈਡ ਇਫੈਕਟ ਪੈ ਰਿਹਾ, ਪਰ ਇੱਥੋਂ ਦੇ ਜਿਹੜੇ ਲੋਕ ਹੈ ਉਹ ਬਿਲਕੁਲ ਸੇਫ ਨੇ। ਤੇ ਈਵਨ ਉਹ ਦਿੱਲੀ ਦੇ ਵਸਨੀਕ ਵੀ ਇੱਥੇ ਆ ਕੇ ਲੰਗਰ ਦੇ ਵਿੱਚ ਲੰਗਰ ਛਕ ਕੇ ਜਾ ਰਹੇ ਨੇ ਤੇ ਬਿਲਕੁਲ ਆਪਣੇ ਆਪ ਨੂੰ ਸੇਫ ਫੀਲ ਕਰ ਰਹੇ ਨੇ। ਵਿਦੇਸ਼ਾਂ ਵਿੱਚ ਬੈਠਿਆਂ ਭਾਈਚਾਰੇ ਨੇ ਸਾਨੂੰ ਕਿਹਾ ਸੀ ਕਿ ਇੱਥੇ ਲੱਸੀ ਦੀ ਸੇਵਾ ਹੋ ਰਹੀ ਹੈ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਲੰਡਨ ਦੇ ਵਿੱਚ ਇਹਨਾਂ ਲੋਕਾਂ ਦੀ ਫਰਮਾਇਸ਼ ਕੀਤੀ ਗਈ ਸੀ ਕਿ ਇੱਥੇ ਲੱਸੀ ਦੀ ਸੇਵਾ ਹੋ ਰਹੀ ਹੈ। ਇਹ ਲੋਕ ਹਰਿਆਣੇ ਤੋਂ ਇੱਥੇ ਆ ਕੇ ਲੱਸੀ ਦੀ ਸੇਵਾ ਕਰ ਰਹੇ ਨੇ, ਹਰ ਰੋਜ਼ ਆਉਂਦੇ ਨੇ। ਜਿਵੇਂ ਕਿ ਹੁਣ 2 ਸਟੇਟ ਵੀ ਇੱਕ ਹੋ ਚੁੱਕੇ ਨੇ। ਆਓ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਕਿਆ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਬਲਜੀਤ। ਕਿੱਥੋਂ ਆਉਂਦੇ ਹੋ ਤੁਸੀਂ? सोनीपत से गांव रोड है अपना, सोनीपत से रोहतक रोड पर। ओके, ਤੁਸੀਂ ਇੱਥੇ हर रोज लस्सी लेके आते हो? हर रोज लस्सी लेके आते हैं, 4 ड्राम भर के, और 2 गाड़ी सब्जी की आती है। आज मंडी बंद थी, गाड़ी वो सब्जी आई नहीं। जेकर अंदोलन लगातार 6 महीने चलता रहा, फिर तुसी 6 महीने ही आंदे 6 महीने, साल चलेगा, साल 2 साल चलेगा, 2 साल है जी। बिल्कुल तुसी लंबा चलो जी, बिल्कुल लड़ाई लड़ने लिए तैयार है जी। बिल्कुल, हाँ। अगर ये अंदोलन 9 तरीक ਨੂੰ ਖਤਮ ਹੋ ਜਾਂਦਾ ਹੈ, ਕਿਸਾਨਾਂ ਦੇ ਹੱਕ ਵਿੱਚ ਸਰਕਾਰ ਫੈਸਲਾ ਕਰਦੀ ਹੈ, ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? ਕਿ ਖੁਸ਼ੀ ਮਨਾਓਗੇ ਇਸ ਅੰਦੋਲਨ ਦੀ? क्या जी?
ਜੇਕਰ ਸਰਕਾਰ ਫੈਸਲਾ ਕਰਦੀ ਹੈ ਕਿ ਇਹ ਜਿਹੜਾ ਅੰਦੋਲਨ ਹੈ ਕਿਸਾਨਾਂ ਦੇ ਹੱਕ ਵਿੱਚ ਹੋਏਗਾ, ਉਸ ਤੋਂ ਬਾਅਦ ਕੀ ਕਰੋਗੇ ਤੁਸੀਂ? हमारे हक में आ गया तो फिर हम धरना हटा लेंगे अपना, आप अपने घर चले जाएंगे। सरकार का धन्यवाद है फिर। ਜੀ ਬਿਲਕੁਲ ਕਿ ਇਸ ਅੰਦੋਲਨ ਦੇ एक गिलास दे भैया ਕੀ ਇਸ ਤੋਂ ਇਲਾਵਾ ਸਰਕਾਰ ਤੋਂ ਤੁਹਾਡੀ ਕੋਈ ਹੋਰ ਵੀ ਮੰਗ ਹੈ? ਉਹ ਜੋ ਮੰਗੋ ਜੋ ਸਾਡੇ ਅੱਗੇ ਮੋਹਤਬਾਰ ਬੰਦੇ ਬੈਠੇ ਨਾ ਯੂਨੀਅਨ ਵਾਲੇ ਜਿਹੜੇ ਸਾਡੇ ਮੋਹਤਬਾਰ ਵਾ ਗਾੜੀ, ਉਹਨਾਂ ਨੂੰ ਪਤਾ ਵਾ। ਅਸੀਂ ਤਾਂ ਉਹਨਾਂ ਦੇ ਪਿੱਛੇ ਖੜੇ ਆ, ਅਸੀਂ ਤਾਂ ਉਹਦੇ ਪਿੱਛੇ ਸਾਲ ਵੀ ਖੜਨਾ ਪਿਆ, 2 ਸਾਲ ਖੜਨਾ ਪਿਆ, ਖੜਾਂਗੇ, ਇਦਾਂ ਹੀ ਖੜੇ ਰਵਾਂਗੇ। ਬਾਕੀ ਸਭ ਤੋਂ ਵੱਧ ਨੂੰ ਹਰਿਆਣੇ ਵਾਲੇ ਵੀਰਾਂ ਦਾ ਬਹੁਤ ਸੰਯੋਗ ਮਿਲਿਆ ਵਾ, ਬਹੁਤ ਪ੍ਰਬੰਧ ਕੀਤਾ ਵਾ, ਲੱਸੀ ਦੁੱਧ ਚਾਹ ਪਾਣੀ ਕੋਈ ਦਿੱਕਤ ਹੀ ਨਹੀਂ ਆਉਣ ਦਿੱਤੀ। ਜੀ ਬਿਲਕੁਲ, ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਸਾਰੇ ਰਲ ਮਿਲ ਕੇ ਇੱਥੇ ਇਸ ਅੰਦੋਲਨ ਨੂੰ, ਇਸ ਮੋਰਚੇ ਨੂੰ ਫਤਿਹ ਕਰਿਓ, ਕਿਉਂਕਿ ਜਿਵੇਂ ਪਹਿਲਾਂ ਹੁੰਦਾ ਸੀ ਗੋਰਿਆਂ ਦੇ ਰਾਜ ਵਿੱਚ ਫੁੱਟ ਪਾਓ ਰਾਜ ਕਰੋ ਦੀ ਨੀਤੀ ਹੁੰਦੀ ਸੀ, ਠੀਕ ਹੈ। ਸੋ ਇਸ ਵਾਰ ਨਾ ਐਵੇਂ ਹੋਵੇ ਕਿ ਦਿੱਲੀ ਸਰਕਾਰ ਤੁਹਾਨੂੰ ਵਾਪਸ ਹੀ ਲੜਾ ਦੇਵੇ। ਸੋ ਮੇਰੀ ਇਹੀ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਸਾਰੇ ਮਿਲ ਵਰਤ ਕੇ, ਜਿਵੇਂ ਪੰਜਾਬ ਤੇ ਹਰਿਆਣਾ ਦੋਵੇਂ ਰਾਜ ਇਕੱਠੇ ਹੋ ਗਏ ਨੇ, ਆਪਣਾ ਮਿਲ ਵਰਤ ਕੇ ਇਸ ਮੋਰਚੇ ਨੂੰ, ਜੀ ਬਿਲਕੁਲ, ਆਪਣਾ ਤੁਸੀਂ ਇਸ ਮੋਰਚੇ ਨੂੰ ਫਤਿਹ ਕਰਿਓ। ਸਾਰੇ ਰਾਜ ਇਕੱਠੇ ਹੋ ਗਏ ਜੀ, ਪੰਜਾਬ ਹਰਿਆਣਾ ਨਹੀਂ ਹੋਇਆ, ਸਾਰੇ ਹੀ ਹੋ ਗਏ। ਜਿਹੜੇ ਬਾਰਡਰ ਤੇ ਜਾਓਗੇ ਨਾ, ਇਹ ਬਾਰਡਰ ਸਾਡਾ ਪੰਜਾਬ ਹਰਿਆਣੇ ਨੂੰ ਲੱਗਦਾ, ਮਤਲਬ ਇੱਧਰ ਪੰਜਾਬ ਚੋਂ ਇਹ ਵੀ ਇਕੱਠੇ, ਯੂਪੀ ਬਾਹਰ ਸਾਰੇ ਇਕੱਠੇ ਹੋ ਗਏ ਜੀ, ਕੋਈ ਨਹੀਂਗਾ। ਬਾਕੀ ਉਹ ਗੱਲ ਨਹੀਂ ਹੈਗੀ ਵੀ ਉਹਦੇ ਖੱਟਰ ਤੇ ਆਂਦਾ ਵਾ ਵੀ ਹਰਿਆਣੇ ਵਾਲੇ ਮੇਰੇ ਨਾਲ ਹੈ ਹੀ ਨਹੀਂ ਉੱਥੇ, ਆ ਦਿਖਾਓ ਖੱਟਰ ਨੂੰ ਵੀ ਹਰਿਆਣੇ ਵਾਲੇ ਆ ਕਿ ਕੌਣ ਆ ਜਿਹੜੇ ਬੈਠੇ ਆ सारे हमारे साथ आ गए। जो मांगे ने हमारी वो सीनियर बंदे बताएंगे। उसे कल को 9 हरियाणे वाले बैठे हैं। 9 तारीख आए हैं हरियाणे वाले खट्टर को बताओ भी खट्टर ने समझा दिया हरियाणा में काट के छोड़ांगे, मेरे सोरे नाम छोड़ांगे नहीं। जी बिल्कुल, गया खट्टर खट्टर मुर्दाबाद 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 खट्टर सरकार मुर्दाबाद मुर्दाबाद मोदी मुर्दाबाद मोदी मुर्दाबाद। ਜੀ ਤੁਸੀਂ ਦੇਖ ਸਕਦੇ ਹੋ ਇੱਥੇ ਕਿਸਾਨਾਂ ਦਾ ਉਤਸ਼ਾਹ ਕਿਵੇਂ ਲਗਾਤਾਰ ਜਾਰੀ ਹੈ। ਇਹਨਾਂ ਨੂੰ ਇੱਥੇ ਨਾ ਕੋਵਿਡ-19 ਦਾ ਵੀ ਕੋਈ ਡਰ ਨਹੀਂ ਹੈ ਤੇ ਨਾ ਹੀ ਇੱਥੇ ਠੰਡ ਦਾ ਵੀ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ। ਇਹਨਾਂ ਦਾ ਉਤਸ਼ਾਹ ਲਗਾਤਾਰ ਐਵੇਂ ਹੀ ਜਾਰੀ ਰਹੇਗਾ। ਕਰੋਨਾ ਮੋਦੀ ਦੌੜ ਕੇ ਕਰ ਦਿਆ। ਜਿਹੜਾ ਕਰੋਨਾ ਦਾ ਡਰ ਪਾਇਆ ਸੀ, ਲੋਕਡਾਊਨ ਕੀਤਾ, ਭੁੱਖੇ ਮਾਰਤਾ ਲੋਕਾਂ ਨੂੰ, ਕਰੋਨਾ ਦਾ ਡਰ ਕਿੱਥੇ ਆ ਦੱਸੋ? ਕਰੋਨਾ ਹੁਣ ਕਿੱਥੇ ਗਿਆ? ਕਿੰਨੀ ਠੰਡ ਵਾ। ਇਹ ਜਿਹੜੇ ਇੱਥੇ ਖੜੇ ਆ, ਕਰੋਨਾ ਦੇ ਜਿਹੜਾ ਸਿਸਟਮ ਹੈ ਨਾ, ਉਹਦੇ ਅਕੋਰਡਿੰਗ ਤਾਂ ਮਾਸਕ ਤਾਂ ਤੁਸੀਂ ਵੀ ਨਹੀਂ ਲਾਇਆ। ਜੇ ਗੱਲ ਕਰੀਏ ਇਹਦਾ ਮਤਲਬ ਸਾਨੂੰ ਹੀ ਗੱਲਾਂ ਡਰ, ਤੁਹਾਨੂੰ ਡਰ ਨਹੀਂ ਹੈਗਾ। ਜੀ ਬਿਲਕੁਲ, ਸਾਨੂੰ ਇਹ ਹੈ ਕਿ ਅਸੀਂ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾਵਾਂਗੇ। ਕਰੋਨਾ ਦਾ ਇੱਕ ਸਿਸਟਮ ਬਣਾ ਲਿਆ ਇਹਨਾਂ ਨੇ ਵੀ ਹਾਂਜੀ ਵੀ ਕਰੋਨਾ ਜੀ, ਕਰੋਨਾ ਦੀ ਆੜ 'ਚ ਕਿਉਂ ਸਾਰੇ ਬਿੱਲ ਲਿਆਂਦੇ ਜਾਂਦੇ ਆ। ਰੁਕ ਜਾਓ, 2 ਮਹੀਨੇ ਰੁਕ ਜਾਓ, 3 ਮਹੀਨੇ ਰੁਕ ਜਾਓ, ਫਿਰ ਬਿੱਲ ਲਿਆਓ, ਕਿੱਡੀ ਕੀ ਗੱਲ ਆ। ਜਿਵੇਂ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਕਿ ਤੁਸੀਂ ਵੀ ਮਾਸਕ ਨਹੀਂ ਲਾਇਆ, ਤੁਹਾਨੂੰ ਵੀ ਕਰੋਨਾ ਦਾ ਡਰ ਨਹੀਂ ਹੈ। ਸੋ ਮੈਂ ਇਹਨਾਂ ਨੂੰ ਕਹਿਣਾ ਚਾਹੂੰਗੀ ਕਿ ਅਸੀਂ ਵੀ ਤੁਹਾਡੇ ਨਾਲ ਇਸ ਮਿਸ਼ਨ ਦੇ ਵਿੱਚ ਸ਼ਾਮਿਲ ਹਾਂ। ਅਸੀਂ ਤੁਹਾਡੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਪਹੁੰਚਾਵਾਂਗੇ ਤਾਂ ਜੋ ਸਰਕਾਰ ਕਿਸਾਨਾਂ ਦੇ ਹਿੱਕ ਦੇ ਵਿੱਚ ਫੈਸਲਾ ਲਵੇ। बड़ी मेहरबानी थैंक यू। आ ਤੁਸੀਂ ਦੇਖ ਸਕਦੇ ਹੋ, बहुत मेहरबानी आपकी, बहुत मेहरबानी आपकी। आप जितना सहयोग कहीं नहीं मिल रहा, जो आपका सहयोग हमें मिल रहा है वो बहुत ही बढ़िया है जी। ਹਰਿਆਣੇ ਦਾ ਸਾਨੂੰ ਪੂਰਾ ਸਹਿਯੋਗ ਹੈ। ਸਾਡੇ ਵੱਡੇ ਕਹਿੰਦੇ ਛੋਟੇ ਭਰਾ ਤੋਂ ਸਾਡਾ ਇੱਕ ਗੱਲ ਜੀ ਬਿਲਕੁਲ, ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਹਾਡਾ ਸਾਰਿਆਂ ਦਾ ਸਹਿਯੋਗ ਐਵੇਂ ਹੀ ਬਣੇ ਰਹੇ। ਸੋ ਦੂਜੇ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਇੱਥੇ ਜਿਹੜੇ ਆਪਣੇ ਕੁਝ ਲੋਕ ਨੇ, ਕਿਸਾਨ ਭਾਈਚਾਰਾ ਨੇ, ਉਹ ਇੱਥੇ ਬੈਠ ਕੇ ਰੋਟੀਆਂ ਬਣਾ ਰਹੇ ਨੇ, ਪੂਰੀਆਂ ਬੇਲ ਰਹੇ ਨੇ। ਮੈਨੂੰ ਤਾਂ ਨਹੀਂ ਲੱਗਦਾ ਸ਼ਾਇਦ ਤੁਸੀਂ ਆਪਣੇ ਘਰ ਵਿੱਚ ਕਦੇ ਇੰਨਾ ਕੰਮ ਕੀਤਾ। ना जी, कदे नहीं किया जी। यहाँ पे सीख लिया जी, काम आएगा ये भी आगे जाके। ਜੀ ਬਿਲकुल, ਇਹਨਾਂ ਲੋਕਾਂ ਨੇ ਕਦੇ ਆਪਣੇ ਘਰ ਵਿੱਚ ਕੰਮ ਨਹੀਂ ਕੀਤਾ, ਪਰ ਇੱਥੇ ਆ ਕੇ ਲੰਗਰ ਦੀ ਸੇਵਾ ਜਾਰੀ ਹੈ। ਆ ਦੇਖ ਸਕਦੇ ਹੋ ਤੁਸੀਂ, ਇੱਥੇ ਪੂਰੀਆਂ ਤਲੀਆਂ ਜਾ ਰਹੀਆਂ ਹੈ। ਇਹ ਦਿੱਲੀ ਹਾਈਵੇ ਕੁੰਡਲੀ ਬਾਰਡਰ ਦੇ ਲਾਗੇ ਅਸੀਂ ਖੜੇ ਆ। ਇੱਥੇ ਜਿਹੜੇ ਹੈਗੇ ਪੂਰੀਆਂ ਤਲ ਰਹੇ ਨੇ। ਦੇਖੋ ਕਿਵੇਂ ਸਿਸਟਮ ਲਗਾ ਕੇ ਇਹਨਾਂ ਨੇ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਕਿਸਾਨ ਮਜ਼ਦੂਰਾਂ ਨੂੰ। ਪੂਰਾ ਦਾ ਲਗਾਤਾਰ ਹੀ ਕਰਦੇ ਜਾ ਰਹੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। सर सारी कार पुत्रा ਤੁਸੀਂ ਪਹਿਲਾਂ ਇਹ ਕੰਮ ਕੀਤਾ ਕਦੇ? नहीं हुनी सीखा, मोदी ने हुनी सिखाया। ਅੱਛਾ ਜੀ ਬਿਲਕੁਲ, ਫਿਰ ਤੁਹਾਨੂੰ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ। ਤੁਹਾਨੂੰ ਕੰਮ ਨਹੀਂ ਧੰਨਵਾਦ ਕਰਦੇ ਆ। ਦੋ ਬਾਤਾਂ ਦੇ ਮੋਦੀ ਦਾ ਧੰਨਵਾਦ ਕਰਦੇ ਆ। एक तो असी पौन खान सिखा दिए, दूसरा कम कर दिया हमारा पंजाब का और हरियाणा का भाईचारा। ਜੀ ਬਿਲਕੁਲ, ਜਿਵੇਂ ਤੁਸੀਂ ਦੇਖ ਸਕਦੇ ਹੋ ਹਰਿਆਣੇ ਦੇ ਲੋਕਾਂ ਦੇ ਵਿੱਚ ਅਕਸਰ ਧੀਆਂ ਭੈਣਾਂ ਹੀ ਘਰ ਦਾ ਕੰਮ ਕਰਦੀਆਂ ਨੇ, ਪਰ ਇੱਥੋਂ ਦੇ ਬੰਦਿਆਂ ਨੂੰ ਵੀ ਮੋਦੀ ਸਰਕਾਰ ਨੇ ਪੂਰੀਆਂ ਤੜਨ ਲਾਤਾ, ਸਬਜ਼ੀ ਬਣਾਉਣ ਲਾ ਦਿੱਤਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਤਾਂ ਸੋਚਿਆ ਸੀ ਇੱਕ ਦਿਨ ਰਵਾਂਗੇ, ਹਰਿਆਣੇ ਵਾਲੇ ਕਹਿੰਦੇ 1 ਸਾਲ ਰੁਕੋ, ਅਸੀਂ ਕਰਾਂਗੇ ਤੁਹਾਡੀ ਸੇਵਾ। ਜੀ ਬਿਲਕੁਲ, ਹੁਣ ਇਸ ਦਾ ਮਤਲਬ ਹਰਿਆਣਾ ਤੇ ਪੰਜਾਬ ਦਾ ਭਾਈਚਾਰਾ ਬਹੁਤ ਮਤਲਬ ਕਿ ਸਟਰੋਂਗ ਹੋ ਗਿਆ ਤੁਹਾਡਾ।
जिन हाथों में आज किसान का कसी चाहिए थी, खाद चाहिए था, आज मोदी ने बेलन और चकले उठवा दिए हैं। आने वाले समय में मोदी सरकार और खट्टर को बता देंगे हरियाणा में क्या होता है आने वाले समय में। और तब तक ये वापस नहीं लेगा अध्यादेश, यहाँ से किसान टिकने वाला नहीं है। 6 महीने लगो या साल लगो, ऐसी कोई ਤੁਹਾਡੇ ਮਨ ਦੇ ਵਿੱਚ ਇੰਨਾ ਮਤਲਬ ਕਿ ਮੋਦੀ ਸਰਕਾਰ ਨੂੰ ਲੈ ਕੇ ਇੰਨਾ ਜ਼ਿਆਦਾ ਪ੍ਰਭਾਵ ਪੈ ਰਿਹਾ, ਮਤਲਬ ਤੁਸੀਂ ਇਹਨੇ ਜੋਸ਼ ਵਿੱਚ ਮੋਦੀ ਦੇ ਖਿਲਾਫ ਨਾਰੇ ਲਗਾ ਰਹੇ ਹੋ, ਸੋ ਇਸ ਦਾ ਕੀ ਕਾਰਨ ਹੈ? ਸਾਡੀ ਨੌਜਵਾਨ ਪੀੜ੍ਹੀ ਦੇਖੋ ਜੀ ਕਿੱਦਾਂ ਆਈ ਆ, ਪਹਿਲੀ ਵਾਰੀ ਇਦਾਂ ਹੋਇਆ, ਕਦੇ ਹੋਇਆ ਨਹੀਂਗਾ। ਇਹ ਸਾਰਾ ਕਰਕੇ ਕਿਸਾਨ ਭਰਾ ਹਰਿਆਣੇ ਵਾਲੇ ਵੀ ਇਕੱਠੇ ਹੋ ਗਏ ਆ, ਕਦੇ ਇੱਕ ਹੋਇਆ ਪੰਜਾਬ ਤੇ ਹਰਿਆਣਾ, ਪਰ ਹੁਣ ਇਕੱਠਾ ਮੋਦੀ ਨੂੰ ਦੱਸਾਂਗੇ ਸਾਰਿਆਂ ਨੂੰ। ਇਸ ਅੰਦੋਲਨ ਦਾ ਇਹ ਤੇ ਫਾਇਦਾ ਹੋਇਆ ਕਿ ਪੰਜਾਬ ਹਰਿਆਣਾ ਇਕੱਠੇ ਹੋ ਗਏ ਨੇ। ਸਟਾਰਟ ਕਰ ਲਓ। ਦੇਖੋ ਜਿਵੇਂ ਕਿ ਅਸੀਂ ਪਹੁੰਚ ਚੁੱਕੇ ਹਾਂ ਕੁੰਡਲੀ ਬਾਰਡਰ ਦੇ ਕੋਲ ਤੇ ਅਸੀਂ ਗੱਲਬਾਤ ਕਰਦੇ ਹਾਂ ਬੀਬੀਆਂ ਦੇ ਨਾਲ। ਜਿਸ ਪ੍ਰੋਟੈਸਟ ਦੇ ਵਿੱਚ ਮਾਤਾਵਾਂ ਭੈਣਾਂ ਸ਼ਾਮਿਲ ਹੋਣ, ਉਹ ਮੋਰਚਾ ਫਤਿਹ ਹੋਣ ਤੋਂ ਕਦੇ ਵੀ ਪਿੱਛੇ ਨਹੀਂ ਹਟ ਸਕਦਾ। ਇੱਥੇ ਕੁਝ ਬੀਬੀਆਂ ਜਿਹੜੀਆਂ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ ਉਹਨਾਂ ਕਿਸਾਨ ਮਜ਼ਦੂਰਾਂ ਦੇ ਲਈ ਜਿਹੜੇ ਮੋਰਚੇ ਦੇ ਵਿੱਚ ਸ਼ਾਮਿਲ ਨੇ। ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸੁਖਵੰਤ ਕੌਰ। ਸੁਖਵੰਤ ਕੌਰ, ਕਿੱਥੋਂ ਆਏ ਹੋ ਤੁਸੀਂ? ਅਸੀਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ? ਪਿੰਡ ਲੋਪੋਕੇ। ਓਕੇ, ਕਿੰਨੇ ਦਿਨ ਤੋਂ ਇੱਥੇ ਤੁਸੀਂ ਰੋਟੀ ਬਣਾ ਰਹੇ ਹੋ? ਸਾਨੂੰ ਹੋ ਗਏ 8 ਦਿਨ ਅੱਜ। 8 ਦਿਨ ਤੋਂ ਲਗਾਤਾਰ ਖਾਣਾ ਬਣਾ ਰਹੇ ਹੋ। ਕਿੱਥੇ ਸਟੇ ਕਰ ਰਹੇ ਹੋ ਤੁਸੀਂ? ਇੱਥੇ ਸਟੇ ਕਰ ਰਹੇ ਹਾਂ। ਇੱਥੇ ਸਟੇ ਕਰ ਰਹੇ ਹੋ। ਤੁਹਾਨੂੰ ਸਮੱਸਿਆਵਾਂ ਨਹੀਂ ਆ ਰਹੀਆਂ ਬਾਹਰ ਇਦਾਂ ਸਟੇ ਕਰਨ ਦੇ ਵਿੱਚ? ਨਾ, ਸਾਨੂੰ ਕੋਈ ਸਮੱਸਿਆ ਨਹੀਂ। ਤੇ ਘਰ ਪਰਿਵਾਰ ਕਿਵੇਂ ਆ? ਘਰ ਪਰਿਵਾਰ ਪਿੱਛੇ ਆਪਦਾ ਜਿਸ ਤਰ੍ਹਾਂ ਗੁਜ਼ਾਰਾ ਕਰਦੇ ਹੋਣਗੇ। ਜੀ ਬਿਲਕੁਲ, ਜਿਵੇਂ ਅਸੀਂ ਦੇਖਦੇ ਹਾਂ ਕਿ ਘਰ-ਬਾਰ ਹਮੇਸ਼ਾ ਮਾਤਾਵਾਂ ਭੈਣਾਂ ਨਾਲ ਹੀ ਹੁੰਦਾ ਹੈ, ਪਰ ਇੱਥੇ ਬੀਬੀਆਂ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਨੇ। ਸੋ ਤੁਹਾਡਾ ਕੀ ਖਿਆਲ ਹੈ, ਜਿਵੇਂ ਕੱਲ ਡਿਸੀਜਨ ਆਏਗਾ ਤੁਹਾਨੂੰ ਕੀ ਲੱਗਦਾ ਸਰਕਾਰ ਕੀ ਫੈਸਲਾ ਲਵੇਗੀ? ਜੋ ਸਾਨੂੰ ਇਹੋ ਹੀ ਆ ਵੀ ਆਪਦੇ ਕਾਲੇ ਕਾਨੂੰਨ ਵਾਪਸ ਕਰਨ ਤੇ ਸਾਨੂੰ ਆਪਦੇ ਹੱਕ ਸਾਨੂੰ ਦੇਣ। ਸਾਨੂੰ ਇਸ ਕਰਕੇ ਵੀ ਜਿਸ ਤਰ੍ਹਾਂ ਸਾਡੇ ਵੀਰ ਪੁੱਤ ਭਰਾ ਪਿਓ ਆਏ, ਅਸੀਂ ਉਹਨਾਂ ਦੇ ਨਾਲ ਆ। ਅਸੀਂ ਮਾਤਾ ਭਾਗੋ ਦੀਆਂ ਵਾਰਸਾਂ ਵਾਂ। ਅਸੀਂ ਵਾਪਸ ਨਹੀਂ ਜਾਵਾਂਗੇ, ਅਸੀਂ ਆਪਣੇ ਹੱਕ ਲੈ ਕੇ ਹੀ ਵਾਪਸ ਜਾਵਾਂਗੇ। ਸਾਡਾ ਮੋਦੀ ਨੂੰ ਇਹੀ ਸੁਨੇਹਾ ਕਿ ਤੂੰ ਬੰਦਾ ਬਣ ਜਾ। ਜੋ ਇੰਦਰਾ ਦਾ ਹਾਲ ਹੋਇਆ ਸੀ ਤੇਰਾ ਵੀ ਉਹੀ ਹੋਏਗਾ। ਇੰਦਰਾ ਦਾ ਇਹੀ ਹਾਲ ਹੋਇਆ ਸੀ, ਪਹਿਲੀ ਗੋਲੀ ਬੇਅੰਤ ਸਿੰਘ ਦੀ, ਦੂਜੀ ਉਹਦੇ ਯਾਰਾਂ ਦੀ। ਜੀ ਬਿਲਕੁਲ, ਜਿਵੇਂ ਕਹਿ ਰਹੇ ਨੇ ਕਿ ਪਹਿਲੀ ਗੋਲੀ ਬੇਅੰਤ ਸਿੰਘ ਦੀ, ਦੂਸਰੀ ਉਸਦੇ ਯਾਰਾਂ ਦੀ। ਸੋ ਕਿਸਾਨ ਮਜ਼ਦੂਰ ਤਾਂ ਅਸੀਂ ਸੁਣੇ ਸੀ ਕਿ ਉਹ ਸਰਕਾਰ ਨੂੰ ਲਲਕਾਰ ਰਹੇ ਨੇ, ਪਰ ਇੱਥੇ ਪੰਜਾਬ ਦੀਆਂ ਮਾਤਾਵਾਂ ਭੈਣਾਂ ਵੀ ਸਰਕਾਰ ਨੂੰ ਪੂਰੀ ਤਰ੍ਹਾਂ ਲਲਕਾਰ ਰਹੀਆਂ ਨੇ। ਕੋਈ ਠੰਡ ਨਹੀਂ, ਅਸੀਂ ਬਹੁਤ ਖੁਸ਼। ਅਸੀਂ ਆਪਦੇ ਭਰਾਵਾਂ ਨਾਲ, ਪੁੱਤਾਂ ਨਾਲ, ਆਪਦੇ ਪਿਓਾਂ ਨਾਲ, ਆਪਦੀਆਂ ਮਾਤਾ ਨਾਲ। ਹਾਂਜੀ, ਅਸੀਂ ਆਪਦੇ ਸਾਰੇ ਸਾਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ। ਸਾਡੀ ਆਰ ਪਾਰ ਦੀ ਲੜਾਈ ਹੋਊਗੀ। ਹਾਂ ਜੀ ਬਿਲਕੁਲ, ਜਿਵੇਂ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਇਹ ਆਪਣੇ ਪੁੱਤਾਂ ਭਰਾਵਾਂ ਦੇ ਨਾਲ ਪੂਰੇ ਦੇ ਪੂਰੇ ਪਰਿਵਾਰ ਆ ਕੇ ਇਸ ਮੋਰਚੇ ਦੇ ਵਿੱਚ ਬੈਠੇ ਨੇ। ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਜਿੰਦਰ ਕੌਰ। ਹਰਜਿੰਦਰ ਕੌਰ, ਕਿੱਥੋਂ ਆਏ ਹੋ ਤੁਸੀਂ? ਅਸੀਂ ਮੂਨਕ ਤੋਂ ਆਏ ਹਾਂ ਜੀ, ਪਾਤੜਾਂ ਕੋਲੋਂ। ਪਾਤੜਾਂ ਕੋਲੋਂ ਆਏ ਹੋ ਤੁਸੀਂ? ਕਦੋਂ ਤੋਂ ਆ ਕੇ ਇੱਥੇ ਬੈਠੇ ਹੋ? ਸਾਨੂੰ ਕਈ ਦਿਨ ਹੋ ਗਏ ਨੇ ਜੀ। ਕਈ ਦਿਨ ਹੋ ਗਏ? ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਸਰਕਾਰ ਦਾ ਕੀ ਫੈਸਲਾ ਆਏਗਾ? ਲੱਗਦਾ ਜੀ ਸਾਨੂੰ ਫੈਸਲਾ ਸਾਡੇ ਹੱਕ 'ਚ ਆਏਗਾ ਜੀ। ਹਾਂਜੀ, ਉਹਨਾਂ ਨੂੰ ਦਿਸਦਾ, ਉਹਨਾਂ ਦੀ ਬਸ ਇੱਕ ਫੈਸਲਾ ਨਹੀਂ ਦਿੰਦੇ ਪਏ, ਬਾਕੀ ਕਮੀ ਕੋਈ ਨਹੀਂ ਹੈਗੀ ਜੀ। ਉਹਨਾਂ ਦੀ ਜਾਗ ਖੁੱਲ੍ਹ ਗਈ ਹੋਣੀ ਹੈ। ਹਾਂਜੀ ਬਿਲਕੁਲ, ਜੇਕਰ ਕੱਲ ਫੈਸਲਾ ਆ ਗਿਆ ਸਰਕਾਰ ਦਾ ਤੇ ਫੈਸਲੇ ਕਿਸਾਨਾਂ ਦੇ ਹੱਕ ਵਿੱਚ ਆਏ, ਫਿਰ ਤੁਸੀਂ ਖੁਸ਼ੀ ਮਨਾਓਗੇ ਇਸ ਗੱਲ ਦੀ? ਫਿਰ ਅਸੀਂ ਖੁਸ਼ੀ, ਬਹੁਤ ਜ਼ਿਆਦਾ ਖੁਸ਼ੀ ਮਨਾਵਾਂਗੇ। ਤੇ ਬਾਕੀ ਜੇ ਹੱਕ ਵਿੱਚ ਫੈਸਲਾ ਨਹੀਂ ਵੀ ਆਉਂਦਾ, ਅਸੀਂ ਹੁਣ ਇੱਥੇ ਡਟੇ ਆ। ਅਸੀਂ ਪਰਿਵਾਰਾਂ ਸਮੇਤ, ਕਈ ਪਰਿਵਾਰ ਬੈਠੇ ਨੇ, ਅਸੀਂ ਵੀ ਸਾਰੇ ਪਰਿਵਾਰ ਦੇ ਸਮੇਤ ਬੈਠੇ ਹਾਂ ਜੀ ਇੱਥੇ। ਅਸੀਂ ਇੱਥੋਂ ਹੁਣ ਉੱਠਣ ਵਾਲੇ ਨਹੀਂ ਹੈਗੇ, ਕਿਉਂਕਿ ਬਜ਼ੁਰਗ, ਬੱਚੇ, ਸਭ ਨੌਜਵਾਨ, ਤੁਸੀਂ ਵੇਖਦੇ ਹੋ ਕਿੰਨਾ ਜੋਸ਼ ਹੈ ਵੀ ਅਸੀਂ ਸਾਰੇ ਬੈਠੇ ਹੋਏ ਹਾਂ। ਅਸੀਂ ਪੰਜਾਬੀ ਆ। ਸ਼ਾਇਦ ਉਹਨੇ ਪੰਜਾਬੀਆਂ ਦੀ ਨੂੰ ਕਦੇ ਪਰਖਿਆ ਨਹੀਂ ਹੋਣਾ, ਪਹਿਲਾਂ ਉਹਨਾਂ ਦੀ ਅਣਖ ਨੂੰ ਵੰਗਾਰਿਆ, ਪਰ ਹੁਣ ਇਹ ਆਪਣੇ ਆਪ ਇਹਨੂੰ ਪਤਾ ਲੱਗ ਗਿਆ ਹੋਣਾ ਹੈ। ਹਾਂਜੀ, ਅੱਗੇ ਤੋਂ ਕਈ ਪੀੜ੍ਹੀਆਂ ਨੂੰ ਵਰਜ ਜਾਏਗਾ ਵੀ ਪ੍ਰਧਾਨ ਮੰਤਰੀ ਹੋ ਕੇ ਕੁਰਸੀ ਤੇ ਬੈਠ ਕੇ ਜੇ ਉਹਨੂੰ ਕੁਰਸੀ ਮਿਲੀ ਏ ਤੇ ਇਹੋ ਜਿਹਾ ਕੰਮ ਕਦੇ ਨਹੀਂ ਕਰੇਗਾ। ਆਪਣੇ ਅੱਗੋਂ ਤੋਂ ਆਉਣ ਵਾਲੇ ਕਈਆਂ ਪੁਸ਼ਤਾਂ ਨੂੰ ਉਹ ਵੰਗਾਰ ਕੇ ਜਾਵੇਗਾ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਪਹਿਲਾਂ ਕਈਆਂ ਨਾਲ ਪੰਗੇ ਲਏ ਹੋਣਗੇ, ਬਟ ਇਸ ਵਾਰ ਜਿਹੜਾ ਉਹਨਾਂ ਦਾ ਪੰਗਾ ਪਿਆ ਪੰਜਾਬ ਦੇ ਮਾਤਾਵਾਂ ਭੈਣਾਂ ਤੇ ਬਜ਼ੁਰਗਾਂ ਦੇ ਨਾਲ। ਸੋ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਕ ਲੈ ਕੇ ਹੀ ਵਾਪਸ ਜਾਣਗੇ, ਹੱਕ ਲਏ ਬਿਨਾ ਉਹ ਵਾਪਸ ਨਹੀਂ ਜਾ ਸਕਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੱਥੋਂ ਆਏ ਹੋ? ਆਏ ਤਾਂ ਅੰਮ੍ਰਿਤਸਰੋਂ ਆਏ ਆ। ਅੰਮ੍ਰਿਤਸਰ ਤੋਂ ਆਏ ਹੋ। ਕਿੰਨੇ ਦਿਨ ਤੋਂ ਇੱਥੇ ਬੈਠੇ ਹੋ ਤੁਸੀਂ ਲਗਾਤਾਰ? 8 ਦਿਨ ਹੋ ਗਏ। 8 ਦਿਨ ਹੋ ਗਏ ਜੀ ਬਿਲਕੁਲ। ਤੇ ਘਰ ਤੁਹਾਡੇ ਬੱਚੇ ਕਿਵੇਂ ਨੇ? ਆ ਵੇਖੋ, ਇੱਕ ਬੱਚਾ ਦੇ ਨਾਲ ਆਇਆ ਸਾਡਾ। ਓਕੇ, ਠੀਕ ਹੈ ਜੀ। ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਹੈ ਜੇਕਰ ਇਹ ਜਿਹੜਾ ਅੰਦੋਲਨ ਹੈ ਲਗਾਤਾਰ ਅੱਗੇ ਵਧਦਾ ਰਿਹਾ, ਫਿਰ ਕੀ ਕਰੋਗੇ ਤੁਸੀਂ? ਫੇਰ ਕਰਕੇ ਜਾਵਾਂਗੇ। ਫਿਰ ਹੁਣ ਆਏ ਆ ਘਰੋਂ, ਹੁਣ ਘਰੋਂ ਤੇ ਆਏ ਆ ਤੇ ਜੇ ਗਧਿਆਂ ਦੇ ਗਾਲ ਇੰਨਾ ਚਿਰ ਹੋ ਗਿਆ, ਹਾਰ ਪਾਉਂਦੇ ਆ ਉਹਨੂੰ।
ਤੇ ਹੁਣ ਗਾਂ ਅਜੇ ਵੀ ਇਹੋ ਕੰਮ ਹੀ ਕਰਾਂਗੇ। ਹੁਣ ਕਿਸੇ ਨਾ ਕਿਸੇ ਪਾਸੇ ਗੱਲ ਲਾ ਕੇ ਜਾਵਾਂਗੇ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਡੂ ਐਂਡ ਡਾਈ ਵਾਲਾ ਇੱਥੇ ਕੰਮ ਹੋ ਚੁੱਕਿਆ ਹੋਇਆ, ਜਾਂ ਕਰੋ ਜਾਂ ਮਰੋ। ਸੋ ਇਹਨਾਂ ਦੇ ਕਹਿਣ ਦੇ ਮੁਤਾਬਿਕ ਹੈ ਕਿ ਅਸੀਂ ਜਾਂ ਤਾਂ ਮੋਰਚਾ ਫਤਿਹ ਕਰਾ ਕੇ ਵਾਪਸ ਜਾਵਾਂਗੇ, ਨਹੀਂ ਤਾਂ ਅਸੀਂ ਇੱਥੇ ਹੀ ਲਗਾਤਾਰ ਧਰਨਾ ਸਾਡਾ ਜਾਰੀ ਰਹੇਗਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਅੰਮ੍ਰਿਤਸਰ ਤੋਂ। ਕਿੰਨੇ ਦਿਨ ਤੋਂ ਆਏ ਹੋ ਤੁਸੀਂ ਇੱਥੇ? 4-5 ਦਿਨ ਹੋ ਗਏ। 4-5 ਦਿਨ ਤੋਂ। ਤੇ ਇੱਥੇ ਦਿੱਲੀ ਦੇ ਵਿੱਚ ਹੀ ਰਹਿ ਰਹੇ ਹੋ ਤੁਸੀਂ, ਜਾਂ ਕਿਤੇ ਬਾਹਰ ਹੋਰ ਜਗ੍ਹਾ ਤੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਤੁਹਾਡਾ? ਨਹੀਂ, ਇੱਥੇ ਹੀ ਰਹਿ ਰਹੇ, ਇੱਥੇ ਹੀ ਲੰਗਰ ਲੱਗਾ, 4-5 ਦਿਨ ਤੋਂ ਲੰਗਰ ਲੱਗਾ। ਧਰਨੇ ਤੇ ਬੈਠੇ ਆ। ਧਰਨੇ ਤੇ ਬੈਠੇ। ਇਹ ਧਰਨਾ ਹੁਣ ਜਦ ਤੱਕ ਇਹ ਮੰਨੇਗਾ ਨਹੀਂ ਉਦੋਂ ਤੱਕ ਵਾਪਸ ਨਹੀਂ ਜਾਣਗੇ। ਤੇ ਤੁਹਾਨੂੰ ਲੱਗਦਾ ਹੈ ਕਿ ਜੇਕਰ ਫੈਸਲਾ ਕਿਸਾਨਾਂ ਦੇ ਉਲਟ ਆ ਗਿਆ ਫਿਰ ਕੀ ਹੋਏਗਾ? ਉਲਟ ਹੋਣ ਹੀ ਨਹੀਂ ਦੇਣਾ। ਅੰਦਰ ਜਾ ਵੜਾਂਗੇ, ਅੰਦਰ ਜਾ ਵੜਾਂਗੇ। ਡਾਂਗਾ ਸੋਟੇ ਹੀ ਬੜੇ ਸਾਨੂੰ ਪੰਜਾਬੀਆਂ ਨੂੰ, ਤੇ ਇਹਨਾਂ ਦੇ ਹਥਿਆਰ ਹੋਣ, ਸਾਡੇ ਡਾਂਗਾ ਸੋਟੇ ਹੀ ਇਹਨਾਂ ਨੂੰ ਉੱਧਰ ਚੱਕ ਕੇ ਲੈ ਆਉਣਾ ਸੀ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਜਿਹੜਾ ਆਰਡੀਨੈਂਸ ਬਿੱਲ ਪਾਸ ਕੀਤਾ ਹੈ ਮੋਦੀ ਸਰਕਾਰ ਨੇ, ਕਿ ਇਸ ਬਿੱਲ ਨੂੰ ਉਹ ਕੈਂਸਲ ਕਰਵਾ ਕੇ ਹੀ ਵਾਪਸ ਜਾਣਗੇ, ਉਸ ਤੋਂ ਬਿਨਾਂ ਉਹ ਵਾਪਸ ਨਹੀਂ ਜਾ ਸਕਦੇ ਨੇ। ਆ ਤੁਸੀਂ ਦੇਖ ਸਕਦੇ ਹੋ ਕਿ ਬਿਨਾਂ ਬਿਸਤਰੇ, ਗੱਦੇ ਜਾਂ ਦਰੀਆਂ ਤੋਂ ਬਿਨਾਂ ਨੀਚੇ ਬੈਠ ਕੇ ਪੰਜਾਬ ਦੇ ਜਿਹੜੇ ਕਿਸਾਨ ਹੈ ਉਹ ਲੰਗਰ ਛਕ ਰਹੇ ਨੇ। ਇਸ ਧਰਨੇ ਨੂੰ ਲਗਾਤਾਰ ਉਹਨਾਂ ਨੇ ਜਾਰੀ ਰੱਖਣਾ ਹੈ, ਜਿੰਨੇ ਟਾਈਮ ਤੱਕ ਵੀ ਇਹ ਅੰਦੋਲਨ ਚੱਲੇਗਾ ਉਹ ਲਗਾਤਾਰ ਚਲਾਉਂਦੇ ਰਹਿਣਗੇ। ਆਓ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਜਿਹੜੇ ਕਿਸਾਨ ਮਜ਼ਦੂਰ ਨੇ ਉਹ ਰੋਟੀ ਦਾ ਵੀ ਪ੍ਰਬੰਧ ਕਰ ਰਹੇ ਨੇ, ਬਣਾ ਵੀ ਰਹੇ ਨੇ ਖੁਦ, ਤੇ ਲੋਕਾਂ ਨੂੰ ਵੀ ਲੰਗਰ ਛਕਾ ਰਹੇ ਨੇ ਉਹ ਲਗਾਤਾਰ। ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨਾ ਜ਼ਿਆਦਾ ਰਾਸ਼ਨ, ਖਾਣ ਪੀਣ ਦਾ ਸਮਾਨ ਹੱਦ ਨਾਲੋਂ ਵੱਧ ਹੈ। ਘੱਟ ਤੋਂ ਘੱਟ ਵੀ ਮੈਨੂੰ ਤਾਂ ਐਵੇਂ ਲੱਗਦਾ ਜਿਵੇਂ 6 ਤੋਂ 7 ਮਹੀਨੇ ਦਾ ਰਾਸ਼ਨ ਲੈ ਕੇ ਇੱਥੇ ਬੈਠੇ ਨੇ ਲਗਾਤਾਰ। ਹਾਂਜੀ, ਇਹ ਕੀ ਬਣਾ ਰਹੇ ਹੋ ਤੁਸੀਂ? ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇੱਥੇ ਦੇਸੀ ਘਿਓ ਦੇ ਹਲਵੇ ਤੱਕ ਦੇ ਲੰਗਰ ਲਗਾਏ ਜਾ ਰਹੇ ਨੇ, ਕਿਸਾਨ ਮਜ਼ਦੂਰਾਂ ਨੂੰ ਹੀ ਨਹੀਂ ਸਾਰਿਆਂ ਨੂੰ ਹੀ ਲੈ ਕੇ। ਈਵਨ ਆ ਤੁਸੀਂ ਦੇਖ ਸਕਦੇ ਹੋ ਕਿ ਬਦਾਮ, ਕਾਜੂ, ਕਿਸ਼ਮਿਸ਼, ਇਹ ਡਰਾਈ ਫਰੂਟਸ ਦਾ ਵੀ ਇਹਨਾਂ ਨੇ ਲੰਗਰ ਲਗਾਇਆ ਹੋਇਆ ਹੈ, ਤਾਂ ਕਿ ਕਿਸਾਨਾਂ ਦੇ ਵਿੱਚ ਹਿੰਮਤ, ਹੌਸਲਾ ਲਗਾਤਾਰ ਅਫਜ਼ਾਈ ਰਹੇ, ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਤੁਸੀਂ ਦੇਖ ਸਕਦੇ ਹੋ ਪਕੌੜਿਆਂ ਦੇ ਲੰਗਰ ਵੀ ਇੱਥੇ ਲੱਗ ਰਹੇ ਨੇ। ਇਹ ਪਕੌੜੇ ਫਰੈਸ਼ ਪਕੌੜੇ ਤਲੇ ਜਾ ਰਹੇ ਨੇ, ਬਿਲਕੁਲ ਸਫਾਈ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਲੰਗਰ ਤਿਆਰ ਕੀਤੇ ਜਾ ਰਹੇ ਨੇ। ਸੋ ਅੰਦੋਲਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ। ਆਓ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਬੈਠੇ ਕਾਰ ਸੇਵਾ ਜ਼ਿਲ੍ਹਾ ਆਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਗੁਰੂ ਕਾ ਲੰਗਰ ਕਿਸਾਨ ਮਜ਼ਦੂਰ ਏਕਤਾ, ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਹਰਭਜਨ ਸਿੰਘ ਜੀ ਪਹਿਲਵਾਨ ਵੱਲੋਂ। ਤੇ ਇੱਥੇ ਬੈਠੇ ਇੱਕ ਬੀਬੀ ਜੀ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਅਸੀਂ ਅੰਮ੍ਰਿਤਸਰ ਤੋਂ ਜੀ। ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ। ਤੇ ਕਿੰਨੇ ਦਿਨ ਤੋਂ ਤੁਸੀਂ ਇੱਥੇ ਬੈਠੇ ਹੋ? ਅੱਜ 8 ਦਿਨ ਤੋਂ। 8 ਦਿਨ ਤੋਂ ਤੁਸੀਂ ਲਗਾਤਾਰ ਬੈਠੇ ਹੋ। ਤੇ ਤੁਹਾਨੂੰ ਲੱਗਦਾ ਹੈ ਕਿ ਕੱਲ ਜਿਹੜਾ ਫੈਸਲਾ ਹੈ ਕਿਸਾਨਾਂ ਦੇ ਹੱਕ ਵਿੱਚ ਹੋਏਗਾ? ਗੁਰੂ ਸਾਹਿਬ ਕਿਰਪਾ ਕਰਨਗੇ, ਭਰੋਸਾ ਹੈ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ। ਜੋ ਵੀ ਉਹ ਮਹਾਰਾਜ ਦੀ ਕਿਰਪਾ ਨੇ, ਮਹਾਰਾਜ ਦੀ ਕਲਾ ਵਰਤ ਰਹੀ ਹੈ, ਸਤਿਗੁਰੂ ਜੀ ਕਿਰਪਾ ਕਰਨਗੇ। ਇਹ ਕੋਈ ਇਕੱਠ ਕਦੇ ਨਹੀਂ ਸੀ ਹੋ ਸਕਦੇ, ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਕੱਠ ਹੋਇਆ ਵਾ। ਗੁਰੂ ਨੇ ਆਪ ਕੀਤਾ, ਕਿਸੇ ਬੰਦੇ ਦਾ ਕੀਤਾ ਇਕੱਠ ਨਹੀਂ। ਇਹ ਅਕਾਲ ਪੁਰਖ ਦੀ ਜੋ ਧੁਰ ਤੋਂ ਲਿਖਤਾਂ ਨੇ ਉਹ ਸੱਚ ਹੋ ਰਹੀਆਂ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਜਿਵੇਂ ਲੰਗਰ ਗੁਰੂ ਮਹਾਰਾਜ ਜੀ ਦਾ ਚਲਾਇਆ ਹੋਇਆ ਹੈ, ਉਸੇ ਤਰ੍ਹਾਂ ਸੇਮ ਇੱਥੇ ਜਿਹੜਾ ਇਕੱਠ ਹੈ ਉਹ ਵੀ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਹੈ। ਤੇ ਇਹਨਾਂ ਦੀ ਉਮੀਦ ਹੈ ਕਿ ਕੱਲ ਜਿਹੜਾ ਫੈਸਲਾ ਹੈ ਉਹ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਿਸਾਨਾਂ ਦੇ ਹੱਕ ਵਿੱਚ ਹੀ ਆਏਗਾ। ਤੁਹਾਨੂੰ ਬਿੱਲ ਦੇ ਵਿੱਚ ਕੁਝ ਚੇਂਜਸ ਚਾਹੀਦੇ ਨੇ, ਜਾਂ ਤੁਹਾਨੂੰ ਲੱਗਦਾ ਹੈ ਕਿ ਬਿੱਲ ਟੋਟਲ ਹੀ ਕੈਂਸਲ ਹੋਏਗਾ? ਇਹ ਤਾਂ ਸਤਿਗੁਰੂ ਪਾਤਸ਼ਾਹ ਹੀ ਜਾਣਦੇ ਨੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਪਤਾ ਹੈ। ਕਿਉਂ ਕਿਸੇ ਬੰਦੇ ਦੀ ਇੱਥੇ ਕੋਈ ਅਕਲ ਨਹੀਂ ਚੱਲ ਰਹੀ। ਜਿਹੜੇ ਬੰਦੇ ਆਪਣੀਆਂ ਅਕਲਾਂ ਚਲਾਉਣ ਡੇ ਉਹਨਾਂ ਨੂੰ ਧੋਖੇ ਖਾਣ ਡਏ ਨੇ। ਇਹ ਸਤਿਗੁਰੂ ਜੀ ਦੀ ਜੇ ਮੱਤ ਲੈਣਗੇ ਤਾਂ ਸਾਰਾ ਕੁਝ ਚੜ੍ਹਦੀ ਕਲਾ ਚ ਹੋਊਗਾ। ਗੁਰੂ ਦੀ ਮੱਤ ਲੈਣ ਬਸ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਲੋਕ ਗੁਰੂ ਮਹਾਰਾਜ ਜੀ ਦੀ ਮੱਤ ਦੇ ਅਨੁਸਾਰ ਚੱਲਣਗੇ ਤਾਂ ਜਿਹੜਾ ਫੈਸਲਾ ਹੈ ਜ਼ਰੂਰ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਆਏਗਾ। ਸੋ ਜੀ ਬਿਲਕੁਲ, ਹੁਣ ਅਸੀਂ ਇੱਥੇ ਬੈਠੇ ਮਹਾਂਪੁਰਖਾਂ ਜੀ ਦੇ ਨਾਲ ਗੱਲ ਕਰਨ ਲੱਗੇ ਹਾਂ। ਬਾਬਾ ਸਤਨਾਮ ਸਿੰਘ ਜੀ ਨਾਲ ਗੱਲਬਾਤ ਕਰਦੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਇਸ ਮੋਰਚੇ ਦੇ ਵਿੱਚ ਆਏ ਹੋ, ਇਸ ਮੋਰਚੇ ਨੂੰ ਫਤਿਹ ਕਰਵਾਉਣ ਦੇ ਲਈ। ਤੁਹਾਨੂੰ ਕੀ ਲੱਗਦਾ ਹੈ ਕਿ ਕੱਲ ਫੈਸਲਾ ਜਿਹੜਾ ਹੈ ਸਰਕਾਰ ਕਿਵੇਂ ਦਾ ਫੈਸਲਾ ਲਏਗੀ? ਇਹ ਤਾਂ ਸਰਕਾਰ ਦੀ ਮਰਜ਼ੀ ਹੈ ਜੀ, ਉਹਨੇ ਫੈਸਲਾ ਕਿੱਦਾਂ ਦਾ ਲੈਣਾ। ਪਰ ਜਿਹੜੀ ਸਿੱਖ ਕੌਮ ਆ, ਜਿਹੜਾ ਕਿਸਾਨ ਆ, ਇਕੱਲੀ ਸਿੱਖ ਕੌਮ ਨਹੀਂ, ਜਿਹੜਾ ਗੁਰੂ ਨਾਨਕ ਨਾਮ ਲੇਵਾ ਕਿਸਾਨ ਆ, ਖੇਤੀ ਕਰਨ ਵਾਲਾ ਵਾ, ਚਾਹੇ ਕੋਈ ਵਪਾਰ ਕਰਨ ਵਾਲਾ, ਉਹ ਸਾਰਾ ਹੀ ਹਿੰਦੁਸਤਾਨ ਇਸ ਟਾਈਮ ਜਾਗ ਉੱਠਿਆ। ਉਹ ਧੱਕਾ ਨਹੀਂ ਚਾਹੁੰਦਾ। ਉਹ ਕਹਿੰਦਾ ਵੀ ਜਿਵੇਂ ਸਿਸਟਮ ਪਹਿਲਾਂ ਚੱਲ ਰਿਹਾ ਸੀਗਾ, ਜੋ ਵਿਧਾਨ ਬਣਿਆ ਸੀ ਉਹ ਗਲਤ ਨਹੀਂ ਸੀ ਕੋਈ ਵੀ। ਜੇ ਇਹਨਾਂ ਨੇ ਕੋਈ ਇਹੋ ਜਿਹੀ ਗੱਲ ਕਰਨੀ ਸੀ, ਇਹਨੂੰ ਪਹਿਲਾਂ ਨਾ ਗਿਆ ਪਬਲਿਕ ਦੀ ਉਹਦੀ ਸਹਿਮਤੀ ਲੈਂਦੇ, ਉਸ ਤੋਂ ਬਾਅਦ ਇਹ ਬਿੱਲ ਕਰਨੇ ਚਾਹੀਦੇ ਸੀ ਪਾਸ। ਪਰ ਹੁਣ ਇਹ ਜਿਹੜੀਆਂ ਸੰਗਤਾਂ ਨੇ ਗੁਰੂ ਨਾਨਕ ਨਾਮ ਦਾ ਆਸਰਾ ਲੈ ਕੇ
ਅਰਦਾਸ ਕਰਕੇ ਆਈਆਂ ਵੀ ਇਹ ਜਿਹੜਾ ਬਿੱਲ ਹੈ ਇਹ ਮਾਫ ਕਰਾਉਣਾ। ਅਸੀਂ ਸਾਨੂੰ ਬਿੱਲ ਤੋਂ ਘੱਟ ਕੋਈ ਚੀਜ਼ ਨਹੀਂ ਚਾਹੀਦੀ। ਇਹ ਬਿੱਲ ਜਿਹੜੇ ਖਤਮ ਹੋਣੇ ਚਾਹੀਦੇ ਆ, ਜਿਵੇਂ ਅੱਗੇ ਚੱਲਦੀ ਸੀ ਉੱਦਾਂ ਚੱਲਣਾ ਚਾਹੀਦਾ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਬਿੱਲ ਜਿਹੜਾ ਹੈ ਜਿਵੇਂ ਪਹਿਲਾਂ ਕੰਮ ਚੱਲ ਰਿਹਾ ਸੀ ਉਵੇਂ ਹੀ ਚੱਲਣਾ ਚਾਹੀਦਾ ਹੈ, ਬਿੱਲ ਕੈਂਸਲ ਹਰ ਹਾਲ ਦੇ ਵਿੱਚ ਹੋਣਾ ਚਾਹੀਦਾ। ਸੋ ਮੈਨੂੰ ਪਤਾ ਲੱਗਿਆ ਕਿ ਤੁਸੀਂ 8 ਦਿਨ ਤੋਂ ਲਗਾਤਾਰ ਇੱਥੇ ਬੈਠੇ ਹੋ, ਤੁਸੀਂ ਸਬਰ ਰੱਖਿਆ ਹੋਇਆ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਸਬਰ ਹੈ ਤੁਹਾਡਾ ਐਵੇਂ ਹੀ ਬਰਕਰਾਰ ਰਹੇਗਾ, ਕਿਤੇ ਸਬਰਾਂ ਦੇ ਬੰਨ ਟੁੱਟਣ ਤੇ ਤਾਂ ਨਹੀਂ ਆਉਣਗੇ? ਇਹ ਤੇ ਵੈਸੇ ਗੁਰੂ ਪਰਮੇਸ਼ਰ ਅਕਾਲ ਪੁਰਖ ਹੀ ਜਾਣਦਾ। ਹਮੇਸ਼ਾ ਹੀ ਜਿਹੜਾ ਸੰਸਾਰ ਜਿਵੇਂ ਜਦੋਂ ਦਾ ਬਣਿਆ ਨਾ, ਜਦੋਂ ਅੱਤ ਤੇ ਖੁਦਾ ਦਾ ਵੈਰ ਆ, ਜੇ ਜਿਆਦੀ ਅੱਤ ਕੋ ਕਰੇਗਾ ਤੇ ਖੁਦਾ ਨੇ ਉਹਦਾ ਜਿਹੜਾ ਵਾ ਉਹ ਅਸਰ ਪੈਣਾ ਹੀ ਪੈਣਾ ਜੀ। ਜੀ ਬਿਲਕੁਲ। ਕਿੱਥੋਂ ਆਏ ਹੋ ਤੁਸੀਂ? ਅਸੀਂ ਕਿਲ੍ਹਾ ਆਨੰਦਗੜ੍ਹ ਅਨੰਦਪੁਰ ਸਾਹਿਬ ਤੋਂ। ਜੀ ਬਿਲਕੁਲ, ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਮੈਂ ਵੀ ਆਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ। ਸੋ ਇੱਥੇ ਆਨੰਦਪੁਰ ਸਾਹਿਬ ਜੀ ਬਿਲਕੁਲ ਆਨੰਦਪੁਰ ਸਾਹਿਬ ਤੋਂ ਇੱਥੇ ਆ ਕੇ ਲੰਗਰ ਚਲਾਇਆ ਜਾ ਰਿਹਾ। ਹਰ ਇੱਕ ਚੀਜ਼ ਦਾ ਲੰਗਰ ਇੱਥੇ ਉਪਲਬਧ ਹੈ। ਕਿਸਾਨਾਂ ਦੇ ਲਈ ਹਰ ਇੱਕ ਤਰ੍ਹਾਂ ਦੀ ਫ੍ਰੀ ਫੈਸਿਲਿਟੀਜ਼ ਵੀ ਅਵੇਲੇਬਲ ਹੈ। ਹਰ ਇੱਕ ਤਰ੍ਹਾਂ ਦਾ ਰਾਸ਼ਨ, ਬੱਚਿਆਂ ਲਈ ਵੀ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੇ ਮੌਜੂਦ ਹੈ। ਇੱਥੇ ਦੇਖੋ ਨੌਜਵਾਨ ਪੀੜ੍ਹੀ ਵੀ ਆ ਕੇ ਗੁਰੂ ਦੇ ਲੰਗਰ ਦੇ ਵਿੱਚ ਸੇਵਾ ਕਰਵਾ ਰਹੀ ਹੈ। ਲੰਗਰ ਦੇ ਨਾਲ ਉਹ ਮੋਰਚਾ ਵੀ ਫਤਿਹ ਕਰਵਾਉਣ ਦੀ ਪੂਰੀ ਉਮੀਦ ਲੈ ਕੇ ਇੱਥੇ ਆਏ ਹੋਏ ਨੇ। युवा बेरोजगार फिरे और दंगे हो दिन रात। यही सरकार की नीति, यही सरकार की नीति, यही सरकार की नीति, यही सरकार की नीति। बहुत जगीरा, बहुत जगीरा, बहुत जगीरा, बहुत जगीरा। सबकी भूख मिटाए जो भूखा वही किसान। सबकी भूख मिटाए जो भूखा वही किसान। हाँ, सबकी भूख मिटाए जो भूखा वही किसान। सबकी भूख मिटाए जो भूखा वही किसान। डिग्री है पर काम नहीं और भटके नौजवान। डिग्री है पर काम नहीं है भटके नौजवान। ये आवाज उठाओ, ये आवाज उठाओ, ये आवाज उठाओ, ये आवाज उठाओ। बहुत जगीरा, बहुत जगीरा, बहुत जगीरा, बहुत जगीरा। हम लोगों की बात। ਅਸੀਂ ਬਿਲਕੁਲ ਕੁੰਡਲੀ ਸਟੇਜ ਦੇ ਕੋਲ ਖੜੇ ਹਾਂ ਤੇ ਇੱਥੇ ਜਿਵੇਂ ਭਗਤ ਸਿੰਘ ਦੀਆਂ ਦਸਤਾਰਾਂ ਸੱਜੀਆਂ ਹੋਈਆਂ ਨੇ। ਸੋ ਆਓ ਇਹਨਾਂ ਯੰਗਸਟਰ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਡਿਸਟ੍ਰਿਕਟ ਤਰਨਤਾਰਨ ਤੋਂ, ਪਿੰਡ ਸਾਡਾ ਝਬਾਲ ਹੈ ਜੀ। ਜੀ ਬਿਲਕੁਲ, ਡਿਸਟ੍ਰਿਕਟ ਤਰਨਤਾਰਨ ਤੋਂ। ਤੁਸੀਂ ਇਹ ਭਗਤ ਸਿੰਘ ਦੀਆਂ ਦਸਤਾਰਾਂ ਸਜਾਈਆਂ ਨੇ, ਇਸ ਦੇ ਰਾਹੀਂ ਕਿਸਾਨ ਮਜ਼ਦੂਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਵੇਖੋ ਜੀ, ਅਸੀਂ ਤੇ ਭਗਤ ਸਿੰਘ ਨੇ ਆਜ਼ਾਦੀ ਇਸ ਕਰਕੇ ਨਹੀਂ ਸੀ ਲੈ ਕੇ ਦਿੱਤੀ ਕਿ ਤੁਸੀਂ ਸਾਡੇ ਨਾਲ ਇਹ ਧੋਖੇ ਧੜੀਆਂ ਕਰੋ। ਆ ਜਿਹੜਾ ਇਹਨਾਂ ਸਾਨੂੰ ਆ 3 ਬਿੱਲ ਦੇ ਦੇ ਆ, ਇਹ ਅਸੀਂ ਇੱਥੋਂ ਵਾਪਸ ਕਰਾ ਕੇ ਫੇਰ ਹੀ ਜਾਵਾਂਗੇ। ਅਸੀਂ ਸਾਰੇ ਕਲਾਕਾਰ ਵੀ ਆ, ਪਿੰਡ ਪਿੰਡ ਮੋਦੀ ਦੇ ਪਿੱਠ ਸਿਆਪੇ ਵੀ ਕਰਦੇ ਆ, ਉਹਦੇ ਵਿਰੁੱਧ ਨਾਟਕ ਵੀ ਕਰਦੇ ਆ। ਤੇ ਇਸੇ ਕਰਕੇ ਇਹ ਭਗਤ ਸਿੰਘ ਦਾ ਪਹਿਰਾਵਾ ਪਾ ਕੇ ਅਸੀਂ ਲੋਕਾਂ ਵਿੱਚ ਆਏ ਆ ਵੀ ਇਹ ਵੀ ਸਾਰੇ ਭਗਤ ਸਿੰਘ ਨੇ, ਅੱਛੀ ਸੋਚ ਦੇ ਮਾਲਕ ਨੇ। ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਅਸੀਂ ਇੱਥੋਂ ਨਹੀਂ ਜਾਵਾਂਗੇ, ਭਾਵੇਂ ਕੁਛ ਹੋ ਜੇ। ਜੀ ਬਿਲਕੁਲ, ਜਿਵੇਂ ਸਾਨੂੰ ਪਤਾ ਲੱਗਿਆ ਕਿ ਸ਼ਾਇਦ ਕੱਲ ਸਰਕਾਰ ਗੱਲਬਾਤ ਕਰੇਗੀ ਕਿਸਾਨ ਮਜ਼ਦੂਰਾਂ ਦੇ ਨਾਲ।
ਕੋਈ ਨਾ ਕੋਈ ਫੈਸਲਾ ਜ਼ਰੂਰ ਆਵੇਗਾ। ਸੋ ਅਗਰ ਫੈਸਲਾ ਹੱਕ ਵਿੱਚ ਨਾ ਹੋਇਆ ਤੇ ਫਿਰ ਕੀ ਹੋਵੇਗਾ? ਵੇਖੋ ਜੀ, ਇਹਦੇ ਬਾਰੇ ਅਸੀਂ ਜ਼ਿਆਦਾ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਇੰਡੀਆ ਲੈਵਲ ਤੇ, ਪੰਜਾਬ ਲੈਵਲ ਤੇ, ਹਰਿਆਣੇ ਦੀਆਂ ਆਈਆਂ ਨੇ, ਅਸੀਂ ਅਗਰ ਆਪਣੇ ਲੈਵਲ ਤੇ ਕੁਝ ਸ਼ਬਦ ਕਹਿ ਦਾਂਗੇ ਹੋ ਸਕਦਾ ਕਿ ਸਾਡੇ ਉਹਨਾਂ ਨਾਲ ਮੇਲ ਨਾ ਖਾਣ, ਪਰ ਜੋ ਵੀ ਜਥੇਬੰਦੀਆਂ ਫੈਸਲਾ ਲੈਣਗੀਆਂ ਬਹੁਤ ਵਧੀਆ ਲੈਣਗੀਆਂ ਔਰ ਸਾਨੂੰ ਆਸ ਆ ਕਿ ਮੋਦੀ ਹਰੇਗਾ। ਉਹਨੂੰ ਹਰਨਾ ਪੈਣਾ, ਝੁਕਣਾ ਪੈਣਾ, ਨਹੀਂ ਤਾਂ ਇਹ ਲੋਕ ਇੱਥੋਂ ਜਾਣ ਵਾਲੇ ਨਹੀਂ ਕਿਉਂਕਿ ਜ਼ਮੀਨਾਂ ਛੱਡ ਕੇ ਜਿਹੜੀਆਂ ਆਪਾਂ ਬਰਬਾਦ ਹੋਣਾ ਉਹਦੇ ਨਾਲੋਂ ਇੱਥੇ ਬਰਬਾਦ ਹੋਣਾ ਮਰ ਜਾਣਾ ਚੰਗਾ। ਜੀ ਬਿਲਕੁਲ, ਜੀ ਬਿਲਕੁਲ, ਬਾਅਦ ਚ ਮਰਨ ਨਾਲੋਂ ਅੱਜ ਮਰਨਾ ਚੰਗਾ। ਜੀ ਬਿਲਕੁਲ। ਜੇਕਰ ਕੱਲ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਨਾ ਹੋਇਆ ਤੇ ਸਰਕਾਰ ਵੱਲੋਂ ਕੁਝ ਅਜਿਹੀ ਕਾਰਗੁਜ਼ਾਰੀ ਕੀਤੀ ਗਈ ਕਿ ਇਹਨਾਂ ਲੋਕਾਂ ਨੂੰ ਜਿਹੜੇ ਰੋਸ ਵਿੱਚ ਮੋਰਚਾ ਫਤਿਹ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ, ਇਹਨਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ, ਤੇ ਕੀ ਉਸ ਤੋਂ ਬਾਅਦ ਤੁਹਾਡੇ ਪਿੱਛੇ ਵੀ ਹੋਰ ਫਾਲੋਅਰਸ ਨੇ ਜਿਹੜੇ ਇੱਥੇ ਆ ਕੇ ਦੁਬਾਰਾ ਧਰਨੇ ਵਿੱਚ ਸ਼ਾਮਿਲ ਹੋਣਗੇ? ਦੇਖੋ ਜੀ, ਜਿੰਨੇ ਇੱਥੇ ਪਬਲਿਕ ਬੈਠੀ ਆ ਇਹਦੇ ਨੂੰ 2 ਤੋਂ ਵੀ 10 ਗੁਣਾ ਪਿੱਛੇ ਹੋ ਰਿਹਾ ਜਿਹੜੀ ਆਉਣ ਨੂੰ ਤਿਆਰ ਆ। ਜੇ ਮੋਦੀ ਧੱਕਾ ਕਰੂਗਾ ਉਹਦਾ ਧੱਕਾ ਨਹੀਂ ਇਹ ਸਹਿਣਗੇ। ਇਹ ਕਿਸਾਨ ਅੰਦੋਲਨ ਇਹ ਸਿਰੇ ਚੜੂਗਾ ਤੇ ਕਿਸਾਨ ਅੰਦੋਲਨ ਦੀ ਹਮੇਸ਼ਾ ਜਿੱਤ ਹੋਏਗੀ, ਮੋਦੀ ਹਰੇਗਾ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੀ ਹੀ ਹਮੇਸ਼ਾ ਜਿੱਤ ਹੋਏਗੀ ਤੇ ਮੋਦੀ ਦੀ ਹਾਰ ਪੱਕੀ ਹੈ। ਸੋ ਅਸੀਂ ਹੁਣ ਗੱਲਬਾਤ ਕਰਦੇ ਹਾਂ ਕਿ ਤੁਸੀਂ ਜਿਵੇਂ ਸਾਨੂੰ ਦੱਸਿਆ ਕਿ ਤੁਸੀਂ ਪਿੱਟ ਸਿਆਪੇ ਵੀ ਕੀਤੇ ਆ ਮੋਦੀ ਦੇ ਖਿਲਾਫ, ਸੋ ਤੁਸੀਂ ਕਰੋਗੇ ਕੁਝ ਇੱਥੇ ਪਿੱਟ ਸਿਆਪਾ? ਦੇਖੋ ਜੀ, ਪਿੱਟ ਸਿਆਪਾ ਤੇ ਅਸੀਂ ਜੀ ਵੇਖੋ ਪਿੰਡੋਂ ਪਿੰਡੀ ਉਹਦੇ ਬਾਰੇ ਨਾਟਕ ਕਰ ਰਹੇ ਹਾਂ। ਜੋ ਉਹ ਸਾਡੇ ਨਾਲ ਕਰਤੂਤਾਂ ਕਰ ਰਿਹਾ ਨਾ ਉਹਦਾ ਸਾਰਾ ਚਿੱਠਾ ਜਿਹੜਾ ਅਸੀਂ ਲੋਕਾਂ ਨੂੰ ਵਿਖਾ ਰਹੇ ਹਾਂ। ਬਾਕੀ ਇਹਨਾਂ ਵੀਰਾਂ ਦਾ ਜਿਹੜਾ ਇਕੱਠ ਹੈ ਨਾ, ਪਹਿਲੀ ਗੱਲ ਤੇ ਇਹ ਉਹਨੂੰ ਵੇਖ ਕੇ ਸ਼ਰਮ 'ਚ ਮਰ ਜਾਣਾ ਚਾਹੀਦਾ ਵੀ ਇਹਨਾਂ ਲੋਕਾਂ ਦਾ ਜਿੰਨਾ ਇੱਥੇ ਇਕੱਠ ਹੋ ਗਿਆ ਨਾ, ਇਹ ਦਿਨਾਂ ਦੀ ਖੇਡ ਆ। ਅਸੀਂ ਇੱਥੋਂ ਕੁਝ ਨਾ ਕੁਝ ਲੈ ਕੇ ਜਾਵਾਂਗੇ, ਅਸੀਂ ਜਿੱਤ ਕੇ ਜਾਵਾਂਗੇ। ਵੇਖੋ ਤੁਸੀਂ ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਮੋਦੀ ਮਰ ਗਿਆ, ਹਾਏ ਹਾਏ, ਮੋਦੀ ਮਰ ਗਿਆ, ਹਾਏ ਹਾਏ, ਮੋਦੀ ਮਰ ਗਿਆ, ਹਾਏ ਹਾਏ। ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ। ਜੀ ਬਿਲਕੁਲ, ਜਿਵੇਂ ਪਹਿਲਾਂ ਇੱਥੇ ਸਵੇਰੇ ਹੱਦੋਂ ਵੱਧ ਠੰਡ ਵਰ ਰਹੀ ਸੀ ਤੇ ਹੁਣ ਧੁੱਪ ਦਾ ਕਹਿਰ ਹੈ, ਪਰ ਫਿਰ ਵੀ ਇਹ ਕਿਸਾਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਜਾਰੀ ਹੀ ਰਹੇਗਾ। ਸੋ ਤੁਹਾਡਾ ਇਸ ਬਾਰੇ ਵਿੱਚ ਕੀ ਵਿਚਾਰਧਾਰਾ ਹੈ? ਸਾਡੀ ਵਿਚਾਰਧਾਰਾ ਇਹ ਆ ਜੀ, ਅਸੀਂ ਇੱਥੋਂ ਜਿੱਤ ਕੇ ਜਾਣਾ ਭਾਵੇਂ ਕੁਝ ਵੀ ਹੋ ਜਾਵੇ। ਬਾਕੀ ਭਗਤ ਸਿੰਘ ਦਾ ਪਹਿਰਾਵਾ ਪਹਿਨਣ ਦਾ ਸਾਡਾ ਮਕਸਦ ਇਹ ਹੈ ਨਹੀਂ ਪਬਲਿਕ ਦੇ ਵਿੱਚ ਫਿਰਨਾ ਕਿ ਘੱਟੋ ਘੱਟ ਲੋਕਾਂ ਦੇ ਜਿਹੜੇ ਜਜ਼ਬੇ ਆ ਉਹ ਕਾਇਮ ਹੋਣ ਕਿ ਉਹ ਬੰਦਾ ਜਿਹੜਾ ਇਨਸਾਨ ਆ ਉਹ ਕਿਹਦੇ ਵਾਸਤੇ ਕੁਰਬਾਨੀ ਕਰਕੇ ਗਿਆ। ਔਰ ਇਹ ਚੋਰ ਜਿਹੜੇ ਆ ਇਹ ਆ ਕੇ ਬਹਿ ਗਏ ਆ ਔਰ ਸਾਡੇ ਦੇਸ਼ ਨੂੰ ਵੇਚੀ ਜਾ ਰਹੇ ਆ। ਇਹਨੇ ਕੋਈ ਵੀ ਬੰਦਿਆਂ ਵਾਲਾ ਕੰਮ ਨਹੀਂ ਕੀਤਾ। ਰੇਲਵੇ, ਏਅਰਪੋਰਟ, ਸੜਕਾਂ, ਟੋਲ ਪਲਾਜ਼ੇ ਛੱਡਿਆ ਹੀ ਕੁਛ ਨਹੀਂ ਪਿਓ ਦੇ ਪੁੱਤ ਨੇ। ਜੇ ਇਸ ਹਿਸਾਬ ਨਾਲ ਸਪੀਡ ਚੱਲਦੀ ਰਹੀ ਤਾਂ 2-3 ਸਾਲਾਂ 'ਚ ਖਤਮ ਕਰ ਦੇਗਾ ਸਾਹਿਬ। ਜੀ ਬਿਲਕੁਲ। ਕੀ ਤੁਹਾਨੂੰ ਇੱਥੇ ਇਹਨੂੰ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਜੀ। ਕੋਈ ਚੰਗਾ ਜਿਹੜਾ ਅਕਲਾ ਬੰਦਾ ਉਹ ਬਵੇ, ਕਿਉਂਕਿ ਮੋਦੀ ਰਾਜ ਨਹੀਂ ਕਰ ਰਿਹਾ, ਰਾਜ ਅੰਬਾਨੀ ਡਾਨੀ ਕਰ ਰਿਹਾ। ਮੋਦੀ ਸਿਰਫ ਇੱਕ ਮੋਹਰਾ, ਉਹ ਬੁਲਾਰਾ ਚੰਗਾ, ਬਸ ਇਹਦਾ ਫਾਇਦਾ ਲੈ ਰਿਹਾ। ਜੀ ਬਿਲਕੁਲ। ਕੀ ਤੁਹਾਨੂੰ ਇੱਥੇ ਕਰੋਨਾ ਬਿਮਾਰੀ ਤੋਂ ਡਰ ਨਹੀਂ ਲੱਗਦਾ ਕਿ ਜਿਵੇਂ ਇੰਨਾ ਹੀ ਇਕੱਠ ਇੱਥੇ ਜੁੜਿਆ ਹੋਇਆ, ਅਗਰ ਇੱਥੇ ਕਰੋਨਾ ਬਿਮਾਰੀ ਆ ਗਈ ਤੇ ਫਿਰ ਕੀ ਹੋਏਗਾ? ਮੈਡਮ ਜੀ, ਅਸੀਂ ਇਸ ਗੱਲ ਤੋਂ ਭੱਜਦੇ ਨਹੀਂ ਕਿ ਕਰੋਨਾ ਹੈ ਨਹੀਂ, ਹੋਏਗਾ ਪਰ ਨਾ ਮਾਤਰ। ਇਹ ਜਿਹੜਾ ਭਰਮ ਫੈਲਾਇਆ ਗਿਆ ਨਾ ਕਰੋਨਾ ਦਾ, ਇਹ ਸਿਰਫ ਬਿੱਲ ਪਾਸ ਕਰਨ ਵਾਸਤੇ ਕੀਤਾ ਗਿਆ ਕਿ ਅਸੀਂ ਲੋਕਾਂ ਨੂੰ ਅੰਦਰ ਬੰਦ ਕਰਕੇ ਤੇ ਬਿੱਲ ਪਾਸ ਕਰ ਦਈਏ ਤੇ ਲੋਕੀ ਜਿਹੜੇ ਆ ਬਾਹਰ ਨਾ ਨਿਕਲਣ। ਪਰ ਜਦੋਂ ਬੰਦੇ ਨੂੰ ਵੇਖੋ ਜੀ, ਕਿਸੇ ਦੀ ਵੱਟ ਨੂੰ ਹਲ ਦਾ ਫਾਲਾ ਲੱਗ ਜੇ ਨਾ ਮਾੜਾ ਜਿਹਾ, ਤੇ ਬੰਦਾ ਆਪਣੇ ਭਰਾ ਨੂੰ ਮਾਰਨ ਤੱਕ ਤਿਆਰ ਹੋ ਜਾਂਦਾ। ਇਹ ਜੇ ਸਾਡੀਆਂ ਜ਼ਮੀਨਾਂ ਖੋਹਣ ਦੀ ਗੱਲ ਕਰਦਾ, ਇਹਨੂੰ ਛੱਡਣਗੇ? ਸਾਡੇ ਲੋਕ ਤਾਂ ਨਹੀਂ ਛੱਡਣਗੇ ਕਦੀ ਵੀ। ਜੀ ਬਿਲਕੁਲ। ਜਿਵੇਂ ਕਦੇ ਵੀ ਕੋਈ ਬਿੱਲ ਪਾਸ ਹੁੰਦਾ ਹੈ ਤਾਂ ਉਸ ਦੇ ਵਿੱਚ ਹਰ ਇੱਕ ਕੈਬਨਿਟ ਮੰਤਰੀ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਬਿੱਲ ਪਾਸ ਹੋਇਆ। ਅਗਰ ਕੋਈ ਬਿੱਲ ਪਾਸ ਹੋ ਜਾਏ ਤਾਂ ਉਸ ਨੂੰ ਕੈਂਸਲ ਕਰਵਾਉਣ ਦੇ ਵੀ ਕਈ ਰਸਤੇ ਹੁੰਦੇ ਨੇ। ਤੁਹਾਨੂੰ ਕੋਈ ਲੱਗਦਾ ਕਿ ਕੋਈ ਪੋਲੀਟੀਕਲ ਲੀਡਰ ਤੁਹਾਡੀ ਕੋਈ ਮਦਦ ਕਰ ਰਿਹਾ ਜਾਂ ਫਿਰ ਇਸ ਬਿੱਲ ਨੂੰ ਕੈਂਸਲ ਕਰਵਾਉਣ ਦੇ ਤੁਹਾਨੂੰ ਕੋਈ ਤਰੀਕੇ ਦੱਸ ਰਿਹਾ ਕਿ ਇਸ ਤਰੀਕੇ ਨਾਲ ਇਹ ਬਿੱਲ ਕੈਂਸਲ ਕਰਵਾਇਆ ਜਾ ਸਕਦਾ ਹੈ? ਨਹੀਂ ਜੀ, ਇਹ 'ਚ ਪੋਲੀਟੀਕਲ ਕੋਈ ਨਹੀਂ। ਇਹ ਕਿਸਾਨ ਅੰਦੋਲਨ ਆ, ਕਿਸਾਨਾਂ ਦਾ ਅੰਦੋਲਨ ਇਕੱਲਾ ਕਿਸਾਨਾਂ ਦਾ ਵਾ, ਪੋਲੀਟੀਕਲ ਕੋਈ ਨਹੀਂਗਾ। ਇਹ ਕਿਸਾਨ ਆਪਣੇ ਦਬਾਅ ਦੇ ਨਾਲ ਮਤਲਬ ਕਿ ਬਿੱਲ ਵਾਪਸ ਕਰਾਉਣਗੇ। ਤੁਸੀਂ ਕਿਸ ਏਰੀਆ ਤੋਂ ਆਏ ਹੋ? ਅਸੀਂ ਤਰਨਤਾਰਨ ਡਿਸਟ੍ਰਿਕਟ ਝਬਾਲ ਤੋਂ ਆਏ ਹਾਂ। ਓਕੇ, ਝਬਾਲ ਤੋਂ ਆਏ। ਕੀ ਉੱਥੇ ਕੋਈ ਪੋਲੀਟੀਕਲ ਲੀਡਰ ਜਿਸ ਨੇ ਤੁਹਾਨੂੰ ਹੱਲਾਸ਼ੇਰੀ ਦਿੱਤੀ ਹੋਵੇ ਕਿ ਮੈਂ ਵੀ ਇਸ ਮੋਰਚੇ ਵਿੱਚ ਤੁਹਾਡੇ ਨਾਲ ਸ਼ਾਮਿਲ ਹੋਵਾਂਗਾ? ਸਾਨੂੰ ਕਿਸੇ ਪੋਲੀਟੀਕਲ ਦੇ ਲੀਡਰ ਨੇ ਨਹੀਂ ਕਿਹਾ। ਅਸੀਂ ਕਿਸਾਨਾਂ ਦੇ ਪੁੱਤ ਹਾਂ, ਕਿਸਾਨੀ ਵਾਸਤੇ ਆਏ ਹਾਂ, ਆਪਣੀਆਂ ਜ਼ਮੀਨਾਂ ਵਾਸਤੇ ਆਏ ਹਾਂ। ਉਹਨਾਂ ਚਿਰ ਇੱਥੋਂ ਉੱਠ ਕੇ ਵਾਪਸ ਨਹੀਂ ਜਾਵਾਂਗੇ ਜਿੰਨਾ ਚਿਰ ਇਹ ਬਿੱਲ ਵਾਪਸ ਨਹੀਂ। ਬਾਕੀ ਮੈਮ ਜੀ ਗੱਲ ਆ, ਅਸੀਂ ਭਾਵੇਂ CPI ਪਾਰਟੀ ਨੂੰ ਬਿਲੋਂਗ ਕਰਦੇ ਹਾਂ, ਪਰ ਅਸੀਂ ਇੱਥੇ ਹੁਣ ਉਹ ਨਹੀਂ ਆ। ਅਸੀਂ ਕਿਸਾਨਾਂ ਦੇ ਪੁੱਤ ਆ, ਕਿਸਾਨਾਂ ਦੇ ਨਾਲ ਆ। ਇਹ ਜਿੱਦਾਂ ਸਾਨੂੰ ਕਹਿਣਗੇ ਅਸੀਂ ਉੱਦਾਂ ਹੀ ਕਰਾਂਗੇ।
ਬਾਕੀ ਕੋਈ ਵੀ ਪੋਲੀਟੀਕਲ ਲੀਡਰ ਆਉਣਾ ਚਾਹੁੰਦਾ ਨਾ ਤਾਂ ਉਹ ਆ ਕੇ ਇੱਥੇ ਬੈਠ ਸਕਦਾ, ਸਟੇਜ ਤੇ ਬੋਲ ਨਹੀਂ ਸਕਦਾ, ਨਾ ਉਹ ਆਪਣੀ ਚਲਾ ਸਕਦਾ। ਕਿਸਾਨਾਂ ਦੀ ਗੱਲ ਕਰੇ ਬੈਠੇ ਆ ਕੇ ਮੋਸਟ ਵੈਲਕਮ। ਜੀ ਬਿਲਕੁਲ, ਇੱਥੇ ਜਿਹੜਾ ਮਸਲਾ ਹੈ ਉਹ ਸਿਰਫ ਪੋਲੀਟੀਕਲ ਲੀਡਰਸ ਦਾ ਨਹੀਂ ਹੈ, ਇਹ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਰਹੇ ਨੇ। ਹਾਂਜੀ ਸਰ। ਮੈਂ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਇਆ ਹਾਂ ਸਿਰਫ ਕਿਸਾਨਾਂ ਦੇ ਹਿੱਤ ਵਾਸਤੇ। ਅਗਰ ਇਹ ਚਾਰੇ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦਾ ਉਨੀ ਦੇਰ ਅਸੀਂ ਇੱਥੋਂ ਜਾਣ ਵਾਲੇ ਨਹੀਂ। 6-6 ਮਹੀਨੇ ਦਾ ਰਾਸ਼ਨ ਲੈ ਕੇ ਆਏ ਹਾਂ। ਮੋਦੀ ਨੂੰ ਨੱਥ ਪਾਉਣ ਵਾਸਤੇ ਨੱਥ ਤੇ ਸੂਆ ਤੇ ਧਾਗਾ ਨਾਲ ਲੈ ਕੇ ਆਏ ਹਾਂ। ਗਲੀ ਗਲੀ ਘੁਮਾ ਦਿਆਂਗੇ ਜਿਵੇਂ ਕਿ ਸਾਡੇ ਗੁਰੂਆਂ ਨਾਲ ਇਹਨੇ ਤੰਗੀ ਦਿੱਤੀਆਂ ਸਜ਼ਾ, ਉਹ ਇਹਨੂੰ ਨੱਥ ਵੀ ਨਾਲ ਲੈ ਕੇ ਆਏ ਹਾਂ। ਐਸੇ ਨਹੀਂ ਛੋੜਾਂਗੇ ਕਿ ਐਸੇ ਹੀ ਚਲਿਆ ਜਾਵੇ। ਜੀ ਬਿਲਕੁਲ। ਦੇ ਵਿੱਚ ਮਜ਼ਦੂਰ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ। ਆਰਮੀ ਦੀ ਨੌਕਰੀਆਂ ਛੱਡ ਕੇ ਆਏ ਆ, ਪੈਨਸ਼ਨ ਲੈ ਕੇ ਆਏ ਆ, ਪਰ ਹੁਣ ਸਾਥੋਂ ਰਿਹਾ ਨਹੀਂ ਜਾਂਦਾ। ਸਾਡੇ ਆਗੂਆਂ ਨੇ ਸਾਨੂੰ ਜਿੰਦਰੇ ਮਾਰੇ ਹੋਏ ਆ। ਅਗਰ ਜਿੰਦਰਾ ਖੋਲ ਦੇਣ ਤੇ ਮੋਦੀ ਨੂੰ ਘਰ ਤੋਂ ਵੀ ਲਿਆ ਸਕਦੇ ਆ। ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕਿੰਨੇ ਟਾਈਮ ਤੋਂ ਤੁਸੀਂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋ? ਆਨ ਨੂੰ ਰੇਲਾਂ ਤੇ ਬਹਿੰਦਿਆਂ ਨੂੰ ਤੇ 4 ਮਹੀਨੇ ਹੋ ਗਏ ਆ, ਪਰ ਰੇਲਾਂ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ। ਹਾਰ ਕੇ ਹੁਣ ਅਸੀਂ ਰੇਲਾਂ ਛੱਡ ਕੇ ਉੱਥੇ ਪਿਛਲੀਆਂ ਦੂਸਰੀਆਂ ਪਾਰਟੀਆਂ ਨੂੰ ਬਿਠਾਏ ਆ ਕਿ ਰੇਲ ਖਾਲੀ ਨਹੀਂ ਛੱਡਣੀ, ਤੇ ਇੱਥੇ ਆਪ ਆ ਗਏ ਆ। ਜਦੋਂ 15 ਦਿਨ ਤੋਂ ਬਾਅਦ ਕੋਈ ਦੂਸਰੀ ਪਾਰਟੀਆਂ ਨੂੰ ਫੇਰ ਲਿਆਵਾਂਗੇ, ਉਹ ਅੰਦਰ ਇਹਨਾਂ ਹੋ ਜਾਣਗੀਆਂ, ਫਿਰ ਇਹਨਾਂ ਨੂੰ ਆਊਟ ਕਰਾਂਗੇ। ਇਹ ਮੋਰਚਾ ਜਾਰੀ ਰਹੇਗਾ, ਭਾਵੇਂ 10 ਸਾਲ ਤੱਕ ਲੈ ਜਾਵੇ, ਸਾਨੂੰ ਕੋਈ ਡਰ ਨਹੀਂ ਮੋਦੀ ਦਾ। ਇਹ ਤੁਹਾਡਾ ਜਿਹੜਾ ਸਬਰ ਹੈ ਇਹ ਕਿੰਨੇ ਟਾਈਮ ਤੱਕ ਇਸ ਤਰੀਕੇ ਨਾਲ ਹੀ ਕਾਇਮ ਰਹੇਗਾ? ਸਾਨੂੰ ਸਬਰ ਹੀ ਗੁਰੂ ਮਹਾਰਾਜ ਨੇ ਇਹੋ ਜਿਹਾ ਦਿੱਤਾ ਕਿ ਸਬਰ ਨਾਲ ਜਿੱਤ ਕੇ ਜਾਣਾ। ਜੇ ਅਸੀਂ ਹਗਾਮੀ ਨਾਲ ਜਿੱਤਣਾ ਹੁੰਦਾ ਤੇ 2 ਘੰਟਿਆਂ 'ਚ ਜਿੱਤ ਲੈਣਾ ਸੀ, ਪਰ ਅਸੀਂ ਸਬਰ ਔਰ ਸਿਦਕ ਨਾਲ ਬੈਠੇ ਵਧੇ ਪਏ ਆ। ਜੀ ਬਿਲਕੁਲ, ਸਲਾਮ ਕਰਦੇ ਆ ਇਹੋ ਜਿਹੇ ਹਿੰਮਤ ਤੇ ਹੌਸਲੇ ਨੂੰ, ਜਿਨ੍ਹਾਂ ਨੇ ਕਿਹਾ ਕਿ ਸਾਡੇ ਗੁਰੂਆਂ ਦੀ ਸਿੱਖ ਹੈ ਕਿ ਅਸੀਂ ਸਬਰ ਤੇ ਸਿੱਦਕ ਨਾਲ ਜਿੱਤ ਕੇ ਜਾਣਾ ਹੈ, ਤੇ ਅਗਰ ਕੋਈ ਹੰਗਾਮਾ ਹੋ ਗਿਆ ਤਾਂ ਇਹ ਵੀ ਗੁਰੂ ਦੀ ਫੌਜ ਹੈ ਜਿਹੜੇ ਕਹਿੰਦੇ ਅਸੀਂ ਪਿੱਛੇ ਨਹੀਂ ਹਟਾਂਗੇ। ਜੀ ਬਿਲਕੁਲ, ਅਸੀਂ ਬਿਲਕੁਲ ਬੈਰੀਕੇਡਸ ਦੇ ਕੋਲ ਆ ਜਿੱਥੇ ਤਾਰਾਂ ਲੱਗੀਆਂ ਹੋਈਆਂ ਨੇ, ਤੇ ਦੂਸਰੇ ਪਾਸੇ ਜਿਹੜੀ ਇਹ ਫੌਜ ਹੈ, ਤੇ ਇਧਰਲੇ ਪਾਸੇ ਗੁਰੂ ਦੀ ਲਾਡਲੀ ਫੌਜ ਹੈ ਜਿਹੜੀ ਆਪਣੀ ਕਰਤੱਵ ਇੱਥੇ ਲਗਾਤਾਰ ਦਿਖਾ ਰਹੀ ਹੈ, ਤੇ ਕਿਸਾਨਾਂ ਦੇ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਉਸ ਨੂੰ ਉਤਸ਼ਾਹਿਤ ਕਰ ਰਹੀ ਹੈ, ਤਾਂ ਜੋ ਕਿਸਾਨ ਜਿਹੜੇ ਆ ਆਪਣੇ ਇਸ ਮੋਰਚੇ ਨੂੰ ਤਾਂ ਜੋ ਕਿਸਾਨ ਆਪਣਾ ਜਿਹੜਾ ਇਹ ਮੋਰਚਾ ਕੰਟੀਨਿਊ ਰੱਖੇ। ਉਹਨਾਂ ਦੇ ਅੰਦਰ ਉਤਸ਼ਾਹ ਭਰਨ ਦੇ ਲਈ ਹੀ ਇਹ ਗੁਰੂ ਦੀ ਲਾਡਲੀ ਫੌਜ ਇੱਥੇ ਆਪਣੇ ਕਰਤੱਵ ਦੇ ਜੋਹਰ ਦਿਖਾ ਰਹੀ ਹੈ। ਕਿਸਾਨਾਂ ਤੋਂ ਅੱਗੇ ਜਿਹੜੇ ਖੜੇ ਨੇ ਇਹ ਗੁਰੂ ਦੀ ਲਾਡਲੀ ਫੌਜ ਖੜੀ ਹੈ, ਤਾਂ ਜੋ ਕੋਈ ਵੀ ਸਰਕਾਰ ਵੱਲੋਂ ਕੁਝ ਵੀ ਗੋਲੀਬਾਰੀ ਜਾਂ ਕੁਝ ਵੀ ਹੁੰਦਾ ਹੈ ਤਾਂ ਪਹਿਲਾਂ ਇਹ ਆਪਣੀਆਂ ਹਿੱਕਾਂ ਤਾਣ ਕੇ ਅੱਗੇ ਖੜੇ ਹੋਏ ਨੇ।